गत का मतलब उच्ची सोच, महान शख्सियत। मन्ने की दा मतलब जो मनन वाला है, जिसने मन लिया नाम नू, यानी रजा पाने नू, जो असी पहला विचार कर आए हाँ, हुक्म रजाई चलना, जां जे एक गुर की सिख सुनी, जिसने गुरु की सिक्ख्या नू मन लिया, ओदी उच्ची जो सोच है, मानसिक हालात है, आत्मक जीवन है, ओदी महान शख्सियत है, ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਕੋਈ ਉਹਦੇ ਬਾਰੇ ਕਹਿ ਨਹੀਂ ਸਕਦਾ ਉਹਦੀ ਸਮਗਰ ਹਾਲਾਤ ਨੂੰ। ਇਹਨੂੰ ਥੋੜਾ ਜਿਹਾ ਅਸੀਂ ਸਮਝਣ ਦਾ ਯਤਨ ਕਰਨਾ ਹੈ ਕਿ ਕਹਿ ਕਿਉਂ ਨਹੀਂ ਸਕਦਾ। ਰੀਜ਼ਨ ਇਹ ਹੈ ਕਿ ਜੋ ਕਰਮ ਕਰੇਗਾ, ਜਿਹੜਾ ਉਸ ਦਾ ਸੁਖ ਆਉਣਾ ਹੈ, ਉਹ ਉਸ ਬੰਦੇ ਨੂੰ ਹੀ ਆਏਗਾ, ਦੂਜੇ ਨੂੰ ਨਹੀਂ। ਭਗਤ ਕਬੀਰ ਜੀ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਹੈ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਅਲੌਤੀ ਦਾ ਮਤਲਬ ਮਿਸ਼ਰੀ, ਬਰੇਡਾ ਦਾ ਮਤਲਬ ਸ਼ਰਬਤ। ਜਿਵੇਂ ਮਿਸ਼ਰੀ ਦਾ ਸ਼ਰਬਤ ਬਣਿਆ ਹੋਵੇ ਤੇ ਮਿਸ਼ਰੀ ਦੇ ਸ਼ਰਬਤ ਦਾ ਸਵਾਦ ਜਿਸਨੇ ਚਖਿਆ ਹੈ, ਉਹ ਦੱਸ ਸਕਦਾ ਹੈ ਕਿ ਇਹਦਾ ਰਸ ਕੈਸਾ ਹੈ। ਜਿਹੜਾ ਪੀਵੇਗਾ ਉਹ ਉਹਦੇ ਸਵਾਦ ਨੂੰ ਜਾਣੇਗਾ, ਤੇ ਜਿਸਨੇ ਮਿਸ਼ਰੀ ਦੇ ਸ਼ਰਬਤ ਨੂੰ ਪੀਤਾ ਨਹੀਂ, ਜ਼ਬਾਨ ਨਾਲ ਲਾਇਆ ਨਹੀਂ, ਉਹਦਾ ਸਵਾਦ ਦੱਸ ਨਹੀਂ ਪਾਏਗਾ। ਜੋ ਦੱਸੇਗਾ ਉਹ ਗਲਤ ਹੋਏਗਾ, ਕਿਉਂਕਿ ਉਸਨੇ ਪੀਤਾ ਹੀ ਨਹੀਂ ਹੈ। ਜਿਸਨੇ ਪੀਤਾ ਹੈ ਉਹ ਹੀ ਦੱਸ ਸਕਦਾ। ਜੇ ਕੋਈ ਦਾਲ ਸਬਜ਼ੀ ਬਣੀ ਹੈ ਤਾਂ ਜੇ ਕਿਸੇ ਨੂੰ ਦਈਦਾ ਨਾ ਦਾਲ ਸਬਜ਼ੀ ਬਣਾ ਕੇ ਪਿਆ, ਜਰਾ ਲੂਣ ਮਿਰਚ ਵੇਖਿਆ ਜੇ, ਤੇ ਹੁਣ ਉਹ ਲੂਣ ਮਿਰਚ ਚੱਖਣ ਵਾਲਾ ਹੀ ਦੱਸਦਾ ਹੈ ਕਿ ਇਹਦੇ ਵਿੱਚ ਨਮਕ ਘੱਟ ਹੈ ਜਾਂ ਵੱਧ ਹੈ। ਤੇ ਜੇ ਕਿਸੇ ਨੂੰ ਸਬਜ਼ੀ ਦਿੱਤੀ ਨਾ ਹੋਵੇ, ਉਸਨੇ ਸਬਜ਼ੀ ਆਪਣੀ ਜ਼ਬਾਨ ਨਾਲ ਲਾਈ ਨਾ ਹੋਵੇ, ਤੇ ਉਹਨੂੰ ਕਹੀਏ ਕਿ ਨਮਕ ਮਿਰਚ ਦੱਸੋ ਘੱਟ ਹੈ ਕਿ ਵੱਧ ਹੈ, ਤੇ ਉਹ ਹੱਸੇਗਾ ਵੀ ਯਾਰ ਮੈਂ ਤਾਂ ਚੱਖੀ ਨਹੀਂ, ਮੈਨੂੰ ਕੀ ਪਤਾ। ਔਰ ਜੇ ਉਹ ਕਹਿ ਦੇਵੇ ਕਿ ਨਮਕ ਘੱਟ ਹੈ, ਤੇ ਅਗਲਾ ਪਾਣ ਵਾਲਾ ਕੜਛੀ ਪਾ ਦੇ ਨਮਕ ਦੀ, ਜ਼ਿਆਦਾ ਹੋ ਸਕਦਾ ਨਾ, ਕਿਉਂਕਿ ਚੱਖੀ ਨਹੀਂ ਹੈ। ਜਿਸਨੇ ਚੱਖਿਆ ਹੈ ਉਹ ਉਸ ਰਸ ਨੂੰ ਜਾਣ ਸਕਦਾ ਹੈ, ਦੂਜਾ ਨਹੀਂ। ਇਸੇ ਤਰ੍ਹਾਂ ਜਿਸਨੇ ਮਨਨ ਕੀਤਾ ਹੈ, ਮੰਨਿਆ ਹੈ ਗੁਰੂ ਦੀ ਸਿੱਖਿਆ ਦੇ ਉੱਤੇ, ਜੋ ਚੱਲਿਆ ਹੈ, ਅਮਲ ਕੀਤਾ ਹੈ, ਜ਼ਿੰਦਗੀ ਜੀਵੀ ਹੈ, ਉਸ ਰਸ ਨੂੰ ਔਰ ਸੁਖ ਨੂੰ ਉਹ ਮਾਣ ਸਕਦਾ ਹੈ। ਦੂਜਾ ਜਿਹੜਾ ਬਿਆਨ ਕਰੇਗਾ ਉਹ ਸਹੀ ਨਹੀਂ ਹੋਏਗਾ। ਹੁਣ ਅਸੀਂ ਆਓ ਵੇਖੀਏ ਕਿ ਮੰਨਣਾ ਕੀ ਹੈ, ਕਿਹੜੀ ਹੈ ਉਹ ਅਵਸਥਾ, ਕਿਹੜੀ ਚੀਜ਼ ਮੰਨਣੀ ਹੈ। ਅਸੀਂ ਜਪਜੀ ਸਾਹਿਬ ਜੀ ਦੀ ਦੇਖੋ ਕਿੰਨੀ ਲੰਬੀ ਵਿਚਾਰ ਕਰ ਆਏ ਹਾਂ। ਮੂਲ ਮੰਤਰ ਅਸੀਂ ਪੜਿਆ ਸੀ ਨਾ, ਇੱਕ ਓੰਕਾਰ, ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਚਾਰ ਚੁਫੇਰੇ ਹੈ, ਉਹ ਸੱਤ ਹੈ। ਇਹਦੀ ਅਸੀਂ ਕਾਫੀ ਲੰਬੀ ਵਿਚਾਰ ਕੀਤੀ ਸੀ ਕਿ ਉਸ ਬੰਦੇ ਦੇ ਅੰਦਰ ਇਹ ਸ਼ੁਭ ਗੁਣ ਆ ਜਾਣ, ਤੇ ਜਿਹਦੇ ਅੰਦਰ ਇਹ ਗੁਣ ਆ ਜਾਣ ਕਿ ਉਹਦੀ ਉੱਚੀ ਸੋਚ ਨੂੰ ਤੁਸੀਂ ਜਾਂ ਮੈਂ ਕੋਈ ਬਿਆਨ ਕਰ ਪਾਏਗਾ? ਨਹੀਂ ਕਰ ਪਾਏਗਾ। ਜਿਸਨੇ ਇਸ ਗੱਲ ਨੂੰ ਮੰਨ ਲਿਆ ਕਿ ਇਹ ਜੋ ਕਰਮ ਕਾਂਡ ਨੇ ਇਹ ਸਾਰੇ ਵਿਅਰਥ ਨੇ, ਜਿਸਨੇ ਹੁਕਮ ਰਜ਼ਾਈ ਚੱਲਣਾ ਨੂੰ ਸਮਝ ਲਿਆ ਔਰ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਉਹਨੂੰ ਪਤਾ ਹੈ ਕਿ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਦਾ ਕੀ ਆਨੰਦ ਹੈ। ਜਿਹੜਾ ਹੁਣ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਵਾਧੂ ਦੀਆਂ ਸਮਾਧੀਆਂ ਲਾਈ ਫਿਰਦਾ ਹੈ ਚੁੱਪੇ ਚੁੱਪ ਵਾਲੀਆਂ, ਜਾਂ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਕਰਮ ਕਰ ਰਿਹਾ ਹੈ, ਜਾਂ ਚਤੁਰਾਈਆਂ ਵਰਤ ਰਿਹਾ ਹੈ, ਉਹਨੂੰ ਇਸ ਰਜ਼ਾ ਬਾਰੇ ਕੀ ਪਤਾ, ਉਹ ਕਹਿ ਹੀ ਨਹੀਂ ਪਾਏਗਾ। ਹੁਣ ਜਿਸ ਢੰਗ ਦੇ ਨਾਲ ਅਸੀਂ ਹੁਣ ਅੱਗੇ ਪੜਿਆ ਸੀ ਨਾ, ਹੁਕਮੀ ਹੋਵਨ ਆਕਾਰ, ਜਿਸਨੇ ਸਮਝ ਲਿਆ ਕਿ ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ, ਤੇ ਜਿਨਨੇ ਇਸ ਗੱਲ ਨੂੰ ਬੁੱਝ ਲਿਆ, ਹਉਮੈ ਕਹਿ ਨਾ ਕੋਏ, ਉਹ ਕਦੀ ਵੀ ਹਉਮੈ ਨਹੀਂ ਕਹੇਗਾ, ਉਹਦੇ ਤੋਂ ਉਹ ਬਾਹਰ ਕੁਝ ਕਹੇਗਾ ਹੀ ਨਹੀਂ, ਕਿਉਂਕਿ ਉਹਨੇ ਮੰਨ ਲਿਆ ਹੈ, ਉਹਨੇ ਜਾਣਿਆ ਹੈ, ਉਹ ਇਹ ਗੱਲ ਜਾਣਦਾ ਹੈ ਕਿ ਰਜ਼ਾ ਤੋਂ ਬਾਹਰ, ਕੁਦਰਤ ਦੇ ਨਿਯਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹ ਇਸ ਗੱਲ ਨੂੰ ਜਾਣਦਾ ਹੈ, ਤੇ ਜਿਸ ਨੇ ਜਾਣਿਆ ਹੈ ਉਹ ਹੀ ਉਸ ਨੂੰ ਜਾਣ ਪਾਏਗਾ ਨਾ, ਜਿਸਨੇ ਬੋਲਿਆ ਹੈ, ਜਿਸਨੇ ਅਮਲ ਕੀਤਾ ਹੈ। ਹੁਣ ਅਸੀਂ ਵੇਖਦੇ ਹਾਂ ਕਿ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਜਿਸਨੇ ਉਸ ਹੁਕਮ ਨੂੰ ਸਮਝਿਆ ਕਿ ਪ੍ਰਭੂ ਵੇ ਪਰਵਾਹ ਹੈ, ਤੇ ਉਹ ਹੁਕਮ ਰਜ਼ਾ ਦੇ ਅੰਦਰ ਚੱਲ ਕੇ ਜੋ ਵੇ ਪਰਵਾਹ ਹੋ ਗਿਆ ਹੈ ਨਾ,
उस बेप्रवाही ਨੂੰ ਉਹ ਬੰਦਾ ਹੀ ਮੰਨ ਸਕਦਾ ਹੈ, ਦੂਜਾ ਨਹੀਂ। ਜੇ ਮੈਂ ਉਸ बेप्रवाही ਬਾਰੇ ਗੱਲ ਕਰਨ ਦਾ ਯਤਨ ਕਰਾਂ ਤਾਂ ਉਹ ਸਾਰਾ ਕੁਝ ਗਲਤ ਹੋਏਗਾ, ਕਿਉਂਕਿ ਮੈਂ बेपरवाह ਹੋਇਆ ਨਹੀਂ, ਮੇਰੇ ਅੰਦਰ ਵਿਗਾਸਤਾ ਆਈ ਨਹੀਂ। ਇਸ ਲਈ ਮੰਨੇ ਦੀ ਜਿਹੜੀ ਗਤੀ ਹੈ, ਉੱਚੀ ਆਤਮਕ ਅਵਸਥਾ ਹੈ, ਉਹਨੂੰ ਬਿਆਨ ਕਰਨਾ ਬਹੁਤ ਅਸੰਭਵ ਹੈ। ਹੁਣ ਜਿਸਨੇ ਇਹ ਵੇਖ ਲਿਆ, ਸਮਝ ਲਿਆ, ਸੁਣ ਲਿਆ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵੋ ਪਾਰ, ਅਸੀਂ ਪਿੱਛੇ ਵਿਚਾਰ ਰਹੇ ਨਾ ਕਿ ਸਾਹਿਬ ਸੱਚਾ ਹੈ, ਉਹਦੀ ਭਾਸ਼ਾ ਪਿਆਰ ਹੈ। ਪ੍ਰੇਮ ਦੀ ਅਸੀਂ ਡੈਫੀਨੇਸ਼ਨ ਵਿਚਾਰੀ ਸੀ ਕਿ ਪ੍ਰੇਮ ਦੀ ਡੈਫੀਨੇਸ਼ਨ ਕੀ ਹੈ, ਪ੍ਰੇਮ ਦੀਆਂ ਗੁਣ ਕੀ ਨੇ, ਪ੍ਰੇਮ ਦੀਆਂ ਨਿਸ਼ਾਨੀਆਂ ਕੀ ਨੇ। ਜਿਸਨੇ ਇਸ ਚੀਜ਼ ਨੂੰ ਜਾਣ ਲਿਆ ਉਹ ਸਚਿਆਰ ਹੋ ਗਿਆ। ਕਿ ਸਚਿਆਰ ਹੋਣ ਦੇ ਨਾਲ ਜੀਵਨ ਦੇ ਅੰਦਰ ਜੋ ਆਨੰਦ ਪੈਦਾ ਹੁੰਦਾ ਹੈ, ਇਹ ਉਹ ਬੰਦਾ ਜਾਣ ਸਕਦਾ ਹੈ ਜਿਸਨੇ ਸਚਿਆਰਤਾ ਨੂੰ ਮਾਨ ਲਿਆ ਹੈ, ਦੂਜਾ ਨਹੀਂ। ਜੇ ਉਹ ਗੱਲ ਕਰੇਗਾ ਤੇ ਗਲਤ ਹੋਏਗੀ, ਕਿਉਂਕਿ ਉਹਨੇ ਉਸ ਚੀਜ਼ ਨੂੰ ਮਾਣਿਆ ਨਹੀਂ ਹੈ ਨਾ। ਜਿਸਨੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ, ਜੇ ਇੱਕ ਗੁਰ ਕੀ ਸਿੱਖ ਸੁਣੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਹੁਣ ਉਹ ਤੇ ਕਹੇਗਾ ਕਿ ਕੋਈ ਬਾਬਾ ਨਹੀਂ ਦਾਨ ਦੇ ਸਕਦਾ, ਕੋਈ ਬਾਬਾ ਪੁੱਤਰ ਨਹੀਂ ਦੇ ਸਕਦਾ, ਕੋਈ ਜੋਤਸ਼ੀ ਮੇਰੀ ਕਿਸਮਤ ਨੂੰ ਨਹੀਂ ਬਦਲ ਸਕਦਾ, ਕਿਸੇ ਤੋਂ ਮੈਨੂੰ ਵਾਰੋ ਸਰਾਪ ਨਹੀਂ ਮਿਲ ਸਕਦਾ, ਕਿਸੇ ਦੇ ਅੰਦਰ ਇੰਨੀ ਸ਼ਕਤੀ ਨਹੀਂ ਹੈ ਕਿ ਜਿਹੜਾ ਇਸ ਕੁਦਰਤ ਦੇ ਨਿਯਮਾਂ ਨੂੰ ਬਦਲ ਦੇਵੇ। ਉਹ ਤੇ ਕਹੇਗਾ। ਪਰ ਜਿਸਨੇ ਹੁਕਮ ਰਜ਼ਾ ਨੂੰ ਸਮਝਿਆ ਨਹੀਂ, ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ, ਉਹ ਤਾਂ ਭਟਕਦਾ ਫਿਰੇਗਾ ਕਿ ਬਾਬਿਆਂ ਕੋਲ ਵੀ, ਡੇਰਿਆਂ ਤੇ ਵੀ, ਮੜੀਆਂ ਤੇ, ਮਸਾਣਾਂ ਤੇ, ਕਬਰਾਂ ਤੇ। ਉਹ ਤੇ ਫਿਰ ਕਹੇਗਾ ਕਿ ਫਲਾਂ ਬੰਦਾ ਤੇ ਕਹਿੰਦਾ ਸੀ ਭੂਤ, ਇੱਕ ਫਲਾਣਾ ਵਿਦਵਾਨ ਤੇ ਇੰਜ ਕਹਿੰਦਾ ਸੀ, ਦੂਜਾ ਤੇ ਇਹ ਕਹਿੰਦਾ ਸੀ। ਰੀਜਨ ਕਿ ਉਹਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਿਆ ਨਹੀਂ ਹੈ, ਇਸ ਲਈ ਉਹ ਬੰਦਾ ਭਟਕਦਾ ਫਿਰਦਾ ਹੈ। ਹੁਣ ਜਿਸ ਬੰਦੇ ਨੇ ਚੀਜ਼ਾਂ ਸੁਣ ਲਈਆਂ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਕਿ ਜੇ ਮੈਂ ਰੱਬ ਦੀ ਰਜ਼ਾ ਵਿੱਚ ਤੁਰਿਆ ਹੀ ਨਹੀਂ ਤੇ ਮੈਂ ਰੱਬ ਨੂੰ ਚੰਗਾ ਹੀ ਨਹੀਂ ਲੱਗਾਂਗਾ ਨਾ, ਮੇਰੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੀ ਨਹੀਂ ਹੋਏਗਾ। ਉਹ ਤੀਰਥਾਂ ਆਦਿਕ ਨੂੰ ਤਿਆਗ ਦੇਵੇਗਾ। ਉਹਨੂੰ ਪਤਾ ਹੈ ਕਿ ਤੀਰਥਾਂ ਤੇ ਨਾਤਿਆਂ ਕੁਛ ਨਹੀਂ ਮਿਲਣਾ। ਪਰ ਜਿਸਨੇ ਰੱਬ ਦੀ ਰਜ਼ਾ ਨੂੰ ਸੁਣਿਆ ਨਹੀਂ, ਮੰਨਿਆ ਨਹੀਂ, ਐਸੀ ਜ਼ਿੰਦਗੀ ਜੀਵੀ ਨਹੀਂ, ਉਹ ਤਾਂ ਫਿਰ ਤੀਰਥਾਂ ਵਗੈਰਾ ਦੀ ਗੱਲ ਕਰੇਗਾ ਹੀ ਨਾ। ਉਸ ਰਜ਼ਾ ਦੇ ਸੁੱਖ ਨੂੰ ਬਿਆਨ ਨਹੀਂ ਕਰ ਪਾਏਗਾ, ਉਸ ਉੱਚੀ ਅਵਸਥਾ ਨੂੰ ਜਾਣ ਨਹੀਂ ਪਾਏਗਾ। ਹੁਣ ਜਿਸਨੇ ਰੱਬੀ ਗੁਣਾਂ ਦਾ ਜੋ ਧਾਰਨੀ ਹੋ ਗਿਆ, ਜਿਹਨੂੰ ਇਹ ਸਮਝ ਆ ਗਈ ਕਿ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਕਿ ਗੁਣਵਾਨਾਂ ਨੂੰ ਗੁਣ ਦੇਣ ਵਾਲਾ ਇੱਕੋ ਹੀ ਪ੍ਰਭੂ ਹੈ ਤੇ ਉਹ ਸਾਰਿਆਂ ਦੇ ਅੰਦਰ ਹੈ, ਮੇਰੇ ਵੀ ਔਰ ਤੁਹਾਡੇ ਵੀ। ਉਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਜਿਹੜੇ ਨਿਰਗੁਣ ਨੇ ਉਹਨਾਂ ਨੂੰ ਹੀ ਰੱਬ ਗੁਣਵਾਨ ਬਣਾ ਦਿੰਦਾ ਹੈ। ਤੇ ਉਹ ਜਦੋਂ ਗੁਣਵਾਨ ਹੋ ਕੇ ਜੀ ਰਿਹਾ ਹੈ, ਉਹਨੂੰ ਸਮਝ ਪੈ ਗਈ ਕਿ ਬੇਸ਼ੱਕ 4 ਯੁਗਾਂ ਦੀ ਉਮਰ ਵੀ ਹੋ ਜਾਏ, ਕੋਈ ਨੌਖੰਡ ਪ੍ਰਿਥਵੀ ਦਾ ਰਾਜਾ ਵੀ ਬਣ ਜਾਏ, ਜੇ ਉਹ ਚੰਗਾ ਨਾਮ ਹੀ ਰਖਾ ਲਵੇ, ਜਗਤ ਵਿੱਚ ਉਹ ਨਾਮਣਾ ਵੀ ਖੱਟ ਲਵੇ, ਪਰ ਜੇ ਉਹਦੇ ਵਿੱਚ ਰੱਬੀ ਗੁਣ ਨਹੀਂ ਤਾਂ ਉਹ ਤਾਂ ਇੱਕ ਮਾਮੂਲੀ ਜਿਹਾ ਕੀੜਾ ਹੈ। ਇਹ ਗੱਲ ਨੂੰ ਹੁਣ ਉਹ ਜਾਣ ਸਕੇਗਾ ਜਿਸਨੇ ਇਹਨਾਂ ਚੀਜ਼ਾਂ ਨੂੰ ਅਪਣਾਇਆ ਹੈ। ਉਹਦੀ ਇੰਨੀ ਉੱਚੀ ਜਿਹੜੀ ਹੈ ਸੁਰਤ ਹੋ ਜਾਂਦੀ, ਉਹਨੂੰ ਇਹ ਸਮਝ ਲੱਗ ਜਾਂਦੀ ਹੈ, ਸੁਣਿਆ ਈਸ਼ਵਰ ਬਰਮਾ ਇੰਦ, ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਤਨ ਦੇ ਭੇਦ ਕੀ ਨੇ। ਉਹ ਫਿਰ ਸਦਾ ਵਿਗਾਸਤਾ ਵਾਲੀ ਜ਼ਿੰਦਗੀ ਜੀਂਦਾ ਹੈ, ਸਦਾ ਚੜ੍ਹਦੀ ਕਲਾ ਵਾਲੀ ਜ਼ਿੰਦਗੀ। ਹੁਣ ਜਿਹੜਾ ਬੰਦਾ ਸਦਾ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀ ਰਿਹਾ ਹੈ, ਝੌਂਪੜੀ ਦੇ ਅੰਦਰ ਬਹਿ ਕੇ ਵੀ ਕਿਵੇਂ ਖੁਸ਼ ਔਰ ਪ੍ਰਸੰਨ ਰਹੀਦਾ ਹੈ, ਤੇ ਉਹ ਵੀ ਜਾਣ ਸਕਦਾ ਨਾ। ਮਹਿਲ ਵਿੱਚ ਰਹਿਣ ਵਾਲੇ ਨੂੰ ਝੌਂਪੜੀ 'ਚ ਭੇਜ ਦਿਓ, ਇੱਕ ਦਿਨ ਵਿੱਚ ਹੀ ਪਰੇਸ਼ਾਨ ਹੋ ਜਾਏਗਾ। ਜਿਹੜਾ ਮਹਿਲਾਂ ਦੇ ਵਿੱਚ ਬੈਠਾ ਪਰੇਸ਼ਾਨ ਹੈ, ਉਹ ਝੌਂਪੜੀ ਦੇ ਵਿੱਚ ਸੁੱਖ ਰਹਿਣ ਵਾਲੇ ਸੁੱਖ ਨੂੰ ਕਿਵੇਂ ਮਾਣ ਸਕਦਾ। ਪਾਰੇ ਦੇ ਨਾਲ ਚਿਰਦਿਆਂ ਵੀ ਜੋ ਖੁਸ਼ੀ ਔਰ ਆਨੰਦ ਮਹਿਸੂਸ ਹੁੰਦਾ ਹੈ ਨਾ, ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ, ਨਾ ਉਹਨੂੰ ਮੈਂ ਸਮਝ ਸਕਣਾ ਵਾ, ਕਿਉਂਕਿ ਮੈਂ ਤਿਆਰੇ ਨਾਲ ਚਿਰਿਆ ਨਹੀਂ। ਮੈਨੂੰ ਤੇ ਨਿੱਕਾ ਜਿਹਾ ਕੰਡਾ ਵੱਜ ਜਾਏ ਤੇ ਮੈਂ ਚੀਕ ਉੱਠਣਾ। ਇਹਨੂੰ ਤਾਂ ਭਾਈ ਮਤੀ ਦਾਸ ਜੀ ਜਾਣ ਸਕਦੇ ਨੇ। ਉਹਨਾਂ ਦੀ ਸੋਚ ਕਿ ਕਿਸੇ ਨੂੰ ਆਜ਼ਾਦੀ ਦਿਵਾਉਣ ਵਾਸਤੇ ਆਰੇ ਦੇ ਨਾਲ ਚਿਰ ਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ, ਉਹਨੂੰ ਭਾਈ ਮਤੀ ਦਾਸ ਜੀ ਮਾਣ ਸਕਦੇ ਨੇ। ਜਿਹੜਾ ਐਸਾ ਪਰਉਪਕਾਰੀ ਜੀਵਨ ਜੀਵਿਆ ਨਹੀਂ, ਉਹ ਮਾਣ ਨਹੀਂ ਸਕੇਗਾ। ਹੁਣ ਜਿਸਨੇ ਗੱਲ ਸੁਣ ਲਈ, ਗੁਰੂ ਦੀ ਸਿੱਖਿਆ ਮੁਤਾਬਕ ਸੁਣਿਆ, ਸਤ ਸੰਤੋਖ ਗਿਆਨ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੱਚਾਈ ਆ ਗਈ, ਉੱਚਾ ਆਚਰਨ ਬਣ ਗਿਆ, ਸੰਤੋਖੀ ਹੋ ਗਿਆ, ਗਿਆਨ ਹਾਸਲ ਕਰ ਲਿਆ,
ਜਿਹਦਾ ਆਤਮਿਕ ਅਡੋਲਤਾ ਦੇ ਅੰਦਰ ਲਿਵ ਲੱਗ ਗਈ, ਹੁਣ ਇਸ ਅਵਸਥਾ ਦਾ ਆਨੰਦ ਤੇ ਉਹ ਹੀ ਮਾਣੇਗਾ ਨਾ ਜਿਹਦੀ ਲਿਵ ਲੱਗੀ ਹੈ। ਬਾਕੀ ਤਾਂ ਗੱਲਾਂ ਹੋਣਗੀਆਂ, ਔਰ ਜੋ ਕੋਈ ਕਹੇਗਾ ਉਹ ਸਾਰਾ ਕੁਝ ਗਲਤ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜੋ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਲੈਂਦਾ ਹੈ, ਅਮਲ ਕਰਦਾ ਹੈ, ਉਹ ਸਚਿਆਰ ਹੋ ਜਾਂਦਾ ਹੈ। ਤੇ ਉਸ ਮਨੁੱਖ ਦੀ ਉੱਚੀ ਸੋਚ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨੂੰ ਮਾਣਿਆ ਜਾ ਸਕਦਾ ਹੈ। ਮੰਨ ਲਓ 2 ਮਿੰਟ ਵਾਸਤੇ ਮੇਰੇ ਤੋਂ ਕੋਈ ਪੁੱਛੇ ਕਿ ਸਵਿਟਜ਼ਰਲੈਂਡ ਬਾਰੇ ਗਿਆਨੀ ਜੀ ਕੁਝ ਦੱਸੋ, ਤੇ ਮੈਂ ਕਹਾਂਗਾ ਵੀ ਮੈਨੂੰ ਤੇ ਪਤਾ ਹੀ ਨਹੀਂ ਸਵਿਟਜ਼ਰਲੈਂਡ ਬਾਰੇ, ਕਿਉਂਕਿ ਮੈਂ ਗਿਆ ਹੀ ਨਹੀਂ। ਤੇ ਜੇ ਮੈਂ ਗਿਆ ਨਹੀਂ ਤੇ ਮੈਂ ਉੱਥੋਂ ਬਾਰੇ ਕੁਝ ਬਿਆਨ ਕਰਾਂਗਾ ਤੇ ਉਹ ਗਲਤ ਬਿਆਨੀ ਵੀ ਹੋ ਸਕਦੀ ਹੈ। ਹੁਣ ਜਦ ਮੈਂ ਗਿਆ ਹੀ ਨਹੀਂ ਤਾਂ ਸਵਿਟਜ਼ਰਲੈਂਡ ਦਾ ਮੈਨੂੰ ਕੀ ਪਤਾ। ਜੇ ਕੋਈ ਤੁਹਾਨੂੰ ਕਵੇ ਕਿ ਵੀਰ ਜੀ ਕਲਕੱਤੇ ਬਾਰੇ ਦੱਸੋ ਕੁਝ, ਤੇ ਤੁਸੀਂ ਕਹਿਣਾ ਭਾਈ ਕਲਕੱਤੇ ਬਾਰੇ ਮੈਨੂੰ ਨਹੀਂ ਪਤਾ, ਦਿੱਲੀ ਦੀ ਗਲੀ ਗਲੀ ਦਾ ਪਤਾ, ਉੱਥੋਂ ਬਾਰੇ ਪੁੱਛ ਲਿਆ, ਉੱਥੇ ਮੈਂ ਗਿਆ ਹਾਂ, ਜੰਮਿਆ ਹਾਂ, ਪਲਿਆ ਹਾਂ, ਰਿਹਾ ਹਾਂ, ਉੱਥੇ ਮੈਂ ਟੈਕਸੀ ਵੀ ਚਲਾਉਂਦਾ ਰਿਹਾ, ਮੈਨੂੰ ਸਾਰਾ ਕੁਝ ਦਿੱਲੀ ਬਾਰੇ ਪਤਾ ਹੈ, ਕਲਕੱਤੇ ਬਾਰੇ ਤੇ ਮੈਨੂੰ ਕੁਝ ਵੀ ਨਹੀਂ ਪਤਾ, ਕਿਉਂਕਿ ਮੈਂ ਗਿਆ ਹੀ ਨਹੀਂ। ਹੁਣ ਜਿਸ ਬੰਦੇ ਨੇ ਇਹਨਾਂ ਗੁਣਾਂ ਦਾ ਜੋ ਧਾਰਨੀ ਹੋਇਆ ਹੀ ਨਹੀਂ, ਗੁਰੂ ਦੀ ਸਿੱਖਿਆ ਨੂੰ ਅਪਣਾਇਆ ਹੀ ਨਹੀਂ, ਉਹ ਕਿਵੇਂ ਬਿਆਨ ਕਰ ਲਵੇਗਾ? ਇਹਦਾ ਮਤਲਬ ਕਿ ਜੇ ਉਸ ਆਨੰਦ ਨੂੰ ਮਾਨਣਾ ਹੈ ਨਾ, ਖੁਸ਼ੀ ਨੂੰ, ਤੇ ਸਾਨੂੰ ਆਪ ਉਹ ਕੰਮ ਕਰਨਾ ਪਵੇਗਾ, ਸਾਨੂੰ ਆਪ ਉੱਥੇ ਜਾਣਾ ਪਵੇਗਾ, ਆਪ ਉਹ ਜਿਹੀ ਜ਼ਿੰਦਗੀ ਜੀਣੀ ਪਵੇਗੀ। ਮੈਂ ਤੁਹਾਨੂੰ ਨਿੱਕੀ ਜਿਹੀ ਕਹਾਣੀ ਸੁਣਾਉਣਾ। ਕਿਸੇ ਬੱਚੇ ਨੂੰ, ਨੌਜਵਾਨ ਨੂੰ ਖਬਰ ਦਿੱਤੀ ਗਈ ਕਿ ਤੇਰੀ ਮਾਂ ਬਹੁਤ ਬਿਮਾਰ ਹੈ ਔਰ ਉਹ ਤੈਨੂੰ ਯਾਦ ਕਰਦੀ ਹੈ ਕਿ ਸ਼ਾਇਦ ਮੇਰੀ ਮੌਤ ਹੀ ਹੋ ਜਾਏ ਤੇ ਮੈਂ ਆਪਣੇ ਬੱਚੇ ਨੂੰ ਮਿਲ ਲਵਾਂ, ਹੋ ਸਕਦਾ ਹੈ ਤੇਰੇ ਮਿਲਣ ਦੇ ਨਾਲ ਤੇਰੀ ਮਾਤਾ ਠੀਕ ਹੋ ਜਾਏ ਤੇ ਤੂੰ ਇੱਕ ਵਾਰੀ ਆਣ ਕੇ ਮਿਲ ਲੈ। ਇਹ ਨੌਜਵਾਨ ਬੱਚਾ ਆਪਣੀ ਮਾਤਾ ਨੂੰ ਮਿਲਣ ਵਾਸਤੇ ਤੁਰਨ ਲੱਗਾ ਹੈ। ਇਹਨੇ ਵੇਖਿਆ ਕਿ ਇਸ ਸਮੁੰਦਰ ਦੇ ਕਿਨਾਰੇ ਤੇ ਸੀ, ਸਵੇਰ ਦਾ ਸਮਾਂ, ਸੂਰਜ ਦੀਆਂ ਕਿਰਨਾਂ ਫੁੱਲਾਂ ਦੇ ਉੱਤੇ, ਪਾਰਕ ਦੇ ਉੱਤੇ ਪੈ ਰਹੀਆਂ ਨੇ, ਗੁਲਾਬ ਦੇ ਫੁੱਲ ਨੇ ਜਿਨ੍ਹਾਂ ਉੱਤੇ ਓਸ ਦੀਆਂ ਬੂੰਦਾਂ ਨੇ, ਓਸ ਦੀਆਂ ਬੂੰਦਾਂ ਤੋਂ ਕਿਰਨਾਂ ਵਾਪਸ ਪਰਤ ਰਹੀਆਂ ਨੇ ਔਰ ਉਹ ਮੋਤੀਆਂ ਦੀ ਤਰ੍ਹਾਂ ਚਮਕ ਕੇ ਇੱਕ ਨਵੀਂ ਜੀ ਆਭਾ, ਨਵੀਂ ਜੀ ਸ਼ੋਭਾ ਖਿਲਾਰ ਰਹੀਆਂ ਨੇ। ਇੱਕ ਪਾਸੇ ਪਹਾੜੀ ਹੈ, ਲੰਬੇ ਛੋਟੇ ਰੁੱਖ ਨੇ, ਦੂਜੇ ਪਾਸੇ ਸਮੁੰਦਰ ਦੀਆਂ ਲਹਿਰਾਂ ਨੇ, ਥੋੜੀ ਬਰਸਾਤ ਹੋ ਹਟੀ ਹੈ, ਇੰਦਰਧਨੁਸ਼ ਬਣਿਆ ਹੋਇਆ ਹੈ, ਇੱਕ ਪਾਸੇ ਕੋਇਲ ਦੀ ਕੂਹੂ ਕੂਹੂ ਦੀ ਆਵਾਜ਼ ਆ ਰਹੀ ਹੈ, ਗੁਲਾਬ ਦੇ ਫੁੱਲ ਖਿੜੇ ਹੋਏ ਨੇ। ਤੇ ਇਸ ਬੱਚੇ ਨੇ ਇੰਨੇ ਸੁੰਦਰ ਸੀਨ ਨੂੰ ਦੇਖਿਆ, ਇਹਦੇ ਮਨ ਵਿੱਚ ਆਇਆ ਕਿ ਕਾਸ਼ ਮੇਰੀ ਮਾਤਾ ਇੱਥੇ ਹੁੰਦੀ, ਉਹ ਵੀ ਇਸ ਸੀਨਰੀ ਨੂੰ ਦੇਖਦੀ, ਇਸ ਮਾਹੌਲ ਦੇ ਅੰਦਰ ਤੇ ਬਿਮਾਰ ਬੰਦਾ ਵੀ ਠੀਕ ਹੋ ਸਕਦਾ ਹੈ। ਕਿਉਂ ਨਾ ਮੈਂ ਇਸ ਸੀਨਰੀ ਨੂੰ ਕੈਦ ਕਰ ਲਵਾਂ ਤੇ ਸੋਹਣਾ ਦ੍ਰਿਸ਼ ਆਪਣੀ ਮਾਤਾ ਦੇ ਕੋਲ ਲੈ ਜਾਵਾਂ। ਉਸਨੇ ਇੱਕ ਬਕਸਾ ਲਿਆ, ਉਸ ਬਕਸੇ ਵਿੱਚ ਸਮੁੰਦਰ ਦੀਆਂ ਕਿਰਨਾਂ ਬੰਦ ਕੀਤੀਆਂ, ਉਹਦੇ ਵਿੱਚ ਥੋੜੇ ਜਿਹੇ ਗੁਲਾਬ ਦੇ ਫੁੱਲ ਤਰੇਲ ਵਾਲੇ ਪਾਏ, ਉਹਦੇ ਵਿੱਚ ਸੂਰਜ ਦੀਆਂ ਕਿਰਨਾਂ ਬੰਦ ਕੀਤੀਆਂ, ਕੋਇਲ ਦੀ ਆਵਾਜ਼ ਉਹਦੇ ਵਿੱਚ ਬੰਦ ਕੀਤੀ ਔਰ ਇੰਦਰਧਨੁਸ਼ ਦੀ ਸੁੰਦਰ ਸੀਨਰੀ ਬੰਦ ਕੀਤੀ। ਇਹ ਇਸ ਬਕਸੇ ਨੂੰ ਬੰਦ ਕਰਕੇ, ਸੀਲ ਕਰਕੇ ਇਹ ਲੈ ਗਿਆ। ਇਹ ਤੀਜੇ ਦਿਨ ਘਰ ਪਹੁੰਚਿਆ, ਆਪਣੀ ਮਾਂ ਦੇ ਪੈਰ ਛੂਏ, ਮਾਂ ਨੇ ਇਹਨੂੰ ਸੀਨੇ ਨੂੰ ਲਾਇਆ ਔਰ ਮਾਂ ਪੁੱਤਰ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਤੇ ਇਹ ਮਾਂ ਨੂੰ ਕਹਿਣ ਲੱਗਾ, ਮਾਂ ਤੇਰੇ ਵਾਸਤੇ ਮੈਂ ਬਹੁਤ ਸੁੰਦਰ ਦ੍ਰਿਸ਼ ਲੈ ਕੇ ਆਇਆ। ਮਾਂ ਬੜੀ ਉਤਸੁਕ ਕਹਿੰਦੀ, ਬੇਟਾ ਕੀ? ਕਹਿਣ ਲੱਗਾ, ਮੈਂ ਤੇਰੇ ਵਾਸਤੇ ਇੰਦਰਧਨੁਸ਼ ਲੈ ਕੇ ਆਇਆ, ਤੇਰੇ ਵਾਸਤੇ ਮੈਂ ਸੂਰਜ ਦੀਆਂ ਕਿਰਨਾਂ ਲੈ ਕੇ ਆਇਆ, ਤੇਰੇ ਵਾਸਤੇ ਮੈਂ ਕੋਇਲ ਦੀ ਕੂਹੂ ਕੂਹੂ ਦੀ ਆਵਾਜ਼ ਲੈ ਕੇ ਆਇਆ, ਤੇਰੇ ਵਾਸਤੇ ਮੈਂ ਗੁਲਾਬ ਦੇ ਫੁੱਲ, ਚਮਕਦੀਆਂ ਹੋਈਆਂ ਓਸ ਦੀਆਂ ਬੂੰਦਾਂ ਲੈ ਕੇ ਆਇਆ। ਕਹਿੰਦੀ ਵਿਖਾ। ਇਸਨੇ ਡੱਬਾ ਖੋਲਿਆ ਤੇ ਉਹਦੇ ਵਿੱਚ ਸਮੁੰਦਰ ਦਾ ਨਮਕ ਵਾਲਾ ਪਾਣੀ ਸੀ, ਫੁੱਲ ਗਲ ਗਏ ਸਨ, ਉਹਦੇ ਵਿੱਚੋਂ ਕੋਇਲ ਦੀ ਆਵਾਜ਼ ਨਹੀਂ ਆਈ, ਨਾ ਇੰਦਰਧਨੁਸ਼ ਦਿਸਿਆ, ਨਾ ਉਹ ਬੂੰਦਾਂ ਰਹੀਆਂ, ਤੇ ਉਹ ਸਾਰੇ ਦੇ ਵਿੱਚੋਂ ਬਦਬੂ ਆ ਰਹੀ ਸੀ। ਹੁਣ ਦੇਖੋ, ਇਹ ਸੀਨ ਡੱਬੇ ਵਿੱਚ ਬੰਦ ਕਰਕੇ ਲਿਆਂਦਾ ਨਹੀਂ ਜਾ ਸਕਦਾ, ਇਹ ਸੀਨ ਦਾ ਆਨੰਦ ਉੱਥੇ ਜਾ ਕੇ ਮਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ, ਗੁਰੂ ਦੀ ਗੱਲ ਨੂੰ ਮੰਨਣ ਵਾਲੇ, ਜਿਸ ਆਨੰਦ ਨੂੰ ਆਪ ਮਾਣਦੇ ਨੇ ਨਾ,
ਉਹਨੂੰ ਮਾਣਿਆ ਜਾ ਸਕਦਾ ਹੈ, ਹਰ ਬੰਦਾ ਮਾਣ ਸਕਦਾ ਹੈ, ਪਰ ਉਹਨੂੰ ਸ਼ਬਦਾਂ ਦੇ ਬਕਸੇ ਵਿੱਚ ਬੰਦ ਕਰਕੇ ਕਿਤੇ ਲਿਜਾਇਆ ਨਹੀਂ ਜਾ ਸਕਦਾ। ਉਹਨੂੰ ਸ਼ਬਦਾਂ ਦੇ ਬਕਸੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ, ਕਿਹਾ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਦੇਖੋ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਦੀ ਸੋਚ ਨੂੰ ਕਿਵੇਂ ਬਿਆਨ ਕਰ ਲਓਗੇ? ਅੱਜ ਜੋ ਅਸੀਂ ਛੋਟੇ ਮੋਟੇ ਕੰਮ ਹੀ ਨਹੀਂ ਕਰ ਸਕਦੇ, ਸੱਚ ਨਹੀਂ ਬੋਲ ਸਕਦੇ, ਦਇਆ ਨਹੀਂ ਕਰ ਸਕਦੇ, ਮਾੜੇ ਮੋਟੇ ਕੰਮ, ਅਸੀਂ ਪਰਿਵਾਰ ਵਿੱਚ ਵੀ ਪ੍ਰੇਮ ਨਾਲ ਨਹੀਂ ਰਹਿ ਸਕਦੇ, ਤੇ ਉਹਨਾਂ ਭੈਣਾਂ ਦੀ ਸੋਚ ਨੂੰ ਕਿਵੇਂ ਬਿਆਨ ਕਰ ਲਓਗੇ ਜਿਨ੍ਹਾਂ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਆਪਣੀਆਂ ਝੋਲੀਆਂ ਚ ਪਵਾ ਲਏ? ਤੇ ਅਸੀਂ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਤੱਕ ਨਹੀਂ ਸਿਖਾ ਸਕੇ, ਗੁਰਮਤ ਨਾਲ ਨਹੀਂ ਜੋੜ ਸਕੇ, ਤਾਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਇਹਨੂੰ ਮਾਣਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਨੂੰ ਅਸਾਂ ਸਾਰਿਆਂ ਨੇ ਮੰਨਣਾ ਹੈ, ਬੱਚਿਆਂ ਨੇ ਵੀ, ਜਵਾਨਾਂ ਨੇ ਵੀ, ਬਜ਼ੁਰਗਾਂ ਨੇ। ਹੁਣ ਗੁਰੂ ਜੀ ਅਗਲਾ ਬਚਨ ਕਰਦੇ ਨੇ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਉਹਨੂੰ ਕਹਿਣ ਦਾ ਯਤਨ ਕਰੇਗਾ, ਕਿਸੇ ਮੰਨਣ ਵਾਲੇ ਦੀ ਉੱਚੀ ਸੋਚ ਨੂੰ ਬਿਆਨ ਕਰਨ ਦਾ ਯਤਨ ਕਰੇ ਕਿ ਜੀ ਮੈਂ ਬਿਆਨ ਕਰ ਸਕਣਾ, ਬਿਲਕੁਲ ਕਹਿ ਸਕਣਾ, ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਪਿੱਛੋਂ ਪਛਤਾਉਣਾ ਪਵੇਗਾ, ਕਿਉਂਕਿ ਬਿਆਨ ਕਰ ਨਹੀਂ ਪਾਏਗਾ ਨਾ। ਕਿਵੇਂ ਪਛਤਾਉਣਾ ਪਵੇਗਾ? ਭਾਈ ਲਾਲੋ ਜੀ ਨੇ, ਹੁਕਮ ਰਜਾ ਵਿੱਚ ਚੱਲਣ ਵਾਲਾ ਇਨਸਾਨ ਹੈ ਇਹ, ਸੋਚ ਬੜੀ ਮਹਾਨ ਹੈ, ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ, ਦਸਾਂ ਨਵਾਂ ਦੀ ਕਿਰਤ ਦੇ ਨਾਲ ਜੋ ਕੁਝ ਆਉਂਦਾ ਹੈ ਉਹਦੇ ਨਾਲ ਇਹ ਸੰਤੁਸ਼ਟ ਹੈ, ਖੁਸ਼ ਪ੍ਰਸੰਨ ਹੈ, ਕਿਸੇ ਦਾ ਹੱਕ ਨਹੀਂ, ਆਏ ਗਏ ਦੀ ਸੇਵਾ ਕਰਦਾ ਹੈ। ਦੂਜੇ ਪਾਸੇ ਮਲਕ ਭਾਗੋ, ਜਿਸ ਦੇ ਕੋਲ ਧਨ ਦੇ ਅੰਬਾਰ ਨੇ, ਪਰ ਉਹਦਾ ਧਨ ਸਾਰਾ ਠੱਗੀ ਦਾ, ਚੋਰੀ ਦਾ, ਕਿਸੇ ਦਾ ਖੂਨ ਚੂਸਿਆ ਹੋਇਆ। ਉਹ ਹੁਣ ਭਾਈ ਲਾਲੋ ਬਾਰੇ ਕਹਿ ਰਿਹਾ ਹੈ, ਬਿਆਨ ਕਰ ਰਿਹਾ ਹੈ ਨਾ ਕਿ ਕੀ ਇਹ ਭਾਈ ਲਾਲੋ ਦੇ ਘਰ, ਉਹਦੇ ਘਰ ਤੇ ਟੁੱਟੇ ਮੰਜੇ ਹੋਣੇ ਨੇ, ਉਹਦੇ ਘਰ ਤੇ ਸੌਣ ਵਾਲੇ ਚੰਗੇ ਬਿਸਤਰੇ ਨਹੀਂ ਹੋਣੇ, ਖਾਣ ਵਾਸਤੇ ਉੱਥੇ ਕੁਦਰੇ ਦੀ ਰੋਟੀ ਹੈ, ਸਾਦੀ ਰੋਟੀ ਹੈ, ਤੇ ਬਾਬਾ ਵੇਖ ਮੇਰੇ ਘਰ ਮਾਲ ਪੂੜੇ, ਇੱਥੇ ਦੇਖ ਪਨੀਰ ਬਣਿਆ ਹੋਇਆ, ਇੱਥੇ ਖੀਰ ਦੇ ਅੰਦਰ ਬਦਾਮ, ਕਾਜੂ, ਕਿਸਮਿਸ, ਮੇਵੇ, ਅਖਰੋਟ ਵਗੈਰਾ ਪਏ ਨੇ, ਇੱਥੇ ਦੇਖ ਬਦਾਮਾਂ ਦੀ ਸਬਜ਼ੀ ਬਣੀ ਹੋਈ ਹੈ, ਇੱਥੇ ਦੇਖ ਕਿੰਨੇ ਸੁੰਦਰ ਸੁੰਦਰ ਬੈੱਡ ਲੱਗੇ ਹੋਏ ਨੇ। ਤੇ ਭਾਈ ਲਾਲੋ ਕੋਲ ਕੀ? ਉਹਨੇ ਬਿਆਨ ਕੀਤਾ ਨਾ। ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਪਰਦਾ ਫਾਸ਼ ਕੀਤਾ, ਕਹਿਣ ਲੱਗੇ ਸਜਣਾ, ਲਾਲੋ ਰੱਬ ਦਾ ਰੂਪ, ਰੱਬੀ ਰਜਾ ਵਿੱਚ ਤੁਰਨ ਵਾਲਾ, ਉਹਦੀ ਸੋਚ ਵੇਖ ਕਿ ਦਸਾਂ ਨਵਾਂ ਦੀ ਕਿਰਤ ਕਰਦਾ ਹੈ, ਕੋਈ ਉਹਦੀ ਜ਼ਿੰਦਗੀ ਵਿੱਚ ਹੇਰਾ ਫੇਰੀ ਨਹੀਂ, ਔਰ ਆਪਣੀ ਕਿਰਤ ਦੇ ਵਿੱਚੋਂ ਸੰਤੁਸ਼ਟ ਹੈ, ਤੇ ਨਾਲ ਲੋਕਾਂ ਦਾ ਹੈਲਪ ਕਰਦਾ ਹੈ, ਸਹਾਇਤਾ ਕਰਦਾ ਹੈ। ਤੇ ਤੂੰ, ਤੇਰੇ ਆ ਮਾਲ ਪੂੜੇ ਦੇਸੀ ਘਿਓ ਵਿੱਚ ਤਲੇ ਹੋਏ ਨਹੀਂ, ਇਹ ਗਰੀਬ ਜਨਤਾ ਦੇ ਖੂਨ ਵਿੱਚ ਤਲੇ ਹੋਏ ਨੇ। ਤੂੰ ਲੋਕਾਂ ਦਾ ਹੱਕ ਮਾਰਿਆ ਹੈ, ਰਿਸ਼ਵਤਖੋਰ ਹੈ ਤੂੰ, ਜ਼ੁਲਮ ਕਰਨ ਵਾਲਾ ਹੈ ਤੂੰ, ਕਿਸਾਨਾਂ ਦੀ ਸਾਰੀ ਸਾਰੀ ਫਸਲ ਖਾ ਜਾਣ ਵਾਲਾ ਹੈ ਤੂੰ, ਹੁਣ ਪਛਤਾਉਣਾ ਪਿਆ ਨਾ। ਤਾਂ ਜੋ ਨਾਮ, ਜੋ ਰਜ਼ਾ ਭਾਣੇ ਨੂੰ ਮੰਨਣ ਵਾਲਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਹੈ, ਉਹਦੀ ਸੋਚ ਬੜੀ ਉੱਚੀ ਹੁੰਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਤੇ ਜੇ ਕੋਈ ਉਹਦੀ ਸੋਚ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਸਨੂੰ ਪਛਤਾਵਾ ਹੋਏਗਾ, ਕਿਉਂਕਿ ਏਡੀ ਉੱਚੀ ਸੋਚ ਨੂੰ ਲਫ਼ਜ਼ਾਂ ਰਾਹੀਂ ਬਿਆਨ ਕਰਨਾ ਇੰਪੋਸੀਬਲ ਹੈ, ਨਹੀਂ ਬਿਆਨ ਕੀਤਾ ਜਾ ਸਕਦਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਿਆਨ ਨਹੀਂ ਕਰਨਾ, ਅਸੀਂ ਸਿਫਤ ਕਰ ਸਕਦੇ ਹਾਂ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਜੋ ਗੁਰਮਤ ਦੇ ਰਾਹਾਂ ਤੇ ਤੁਰਨ ਵਾਲੇ ਨੇ, ਅਸੀਂ ਉਹਨਾਂ ਦੀ ਸਿਫਤ ਕਰ ਸਕਦੇ ਹਾਂ ਕਿ ਉਹ ਫਲਾ ਇਨਸਾਨ ਚੰਗਾ ਹੈ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਵਾਲਾ ਹੈ, ਭਲਾ ਹੈ, ਹੈਲਪ ਕਰਨ ਵਾਲਾ ਹੈ, ਦਇਆ ਹੈ ਉਹਦੇ ਵਿੱਚ, ਨਿਰਵੈਰਤਾ ਹੈ ਉਹਦੇ ਵਿੱਚ, ਨਿਰਭੈਤਾ ਹੈ ਉਹਦੇ ਵਿੱਚ, ਔਰ ਉਹਦੀ ਸ਼ਖਸੀਅਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਇੱਥੇ ਜਿਹੜੀ ਖਾਸ ਗੱਲ ਹੈ ਉਹ ਇਹ ਹੈ ਕਿ ਇਹ ਹਾਲਾਤ, ਐਸੀ ਜਿਹੜੀ ਹਾਲਾਤ ਹੈ ਨਾ, ਇਹ ਜਿਹੜੀ ਸੋਚ ਹੈ, ਇਹ ਦੁਨੀਆ ਦਾ ਹਰ ਬੰਦਾ ਬਣਾ ਸਕਦਾ ਹੈ। ਮੰਨੇ ਕੀ ਗੱਲ, ਕੋਈ ਵੀ ਜਿਹੜਾ ਮੰਨੇਗਾ ਨਾ, ਉਹਦੀ ਇਹ ਅਵਸਥਾ ਹੋ ਜਾਏਗੀ, ਉਹਦੀ ਸੋਚ ਐਸੀ ਹੋ ਜਾਏਗੀ। ਤਾਂ ਇੱਥੋਂ ਸਾਨੂੰ ਜੋ ਸਿੱਖਿਆ ਮਿਲ ਰਹੀ ਹੈ ਉਹ ਇਹ ਹੈ ਕਿ ਅਸੀਂ ਇਹੋ ਜਿਹੀ ਸੋਚ ਬਣਾਉਣੀ ਹੈ। ਜਿਹੜਾ ਮੰਨੇਗਾ ਗੁਰੂ ਦੀ ਗੱਲ ਨੂੰ, ਗੁਰੂ ਦੇ ਦੱਸੇ ਰਾਹ ਤੇ ਤੁਰੇਗਾ,
इन्हां गुणां नूं इंप्लीमेंट करेगा वो इन्ना महान हो जाएगा। जे को दा मतलब कोई भी जेड़ा भी मन्नेगा, मन्ने की दा मतलब मनन वाले दी, वो कोई भी हो सकता है। मैं मान लवां, तुसी मान लो, कोई होर मान लवे, जेड़ा भी गुरु की शिक्षा नूं मन्नेगा वो इन्ना महान हो जाएगा। ये मनोवैज्ञानिक तत्व है, ये ब्रह्मन दी सच है। अगला वचन करते ने, कागद कलम ना लिखण हार। कागद दा मतलब कागज, कोई ऐसा कागज नहीं, कोई ऐसी कलम नहीं, ना कोई ऐसा लिखण वाला है कि कागज दे उत्ते लिख के बयान कर देवे, ओदा यश लिख देवे। हुण लिख के किवें बयान करोगे? उन्होंने लिख के बयान किया नहीं जाएगा क्योंकि मानिया नहीं ना। हुण जे असीं किसी नूं सब्जी दवीए, जिवें मैं पहला बेनती की है, सब्जी ते ना देवीए ते उहनूं कहीए कि इस पतीले दे विच सब्जी पई है, इहदे विच लूण मिर्च किवें जरा कागज ते लिख दे, किवें लिखेगा वो? क्योंकि उन्हें चखी नहीं ना। हाँ, जिन्हें चखी है वो लिख सकता है, वो दस देगा भी नमक घट है जां वध है जां कैसा स्वाद है, ਉਹਦੇ बारे कुछ लिख देगा। हुण जिसने चखी ही नहीं, गुरुदेव ने बड़ा प्यारा बचन किया, कहने लगे, कड़छियां फिरन स्वाओ न जानन सुनियां। ਅਸੀਂ कड़ाह प्रसाद बनाते हैं, खीर बनाते हैं, मटर पनीर बनाते हैं, शाही पनीर बनाते हैं, साग बनाते हैं, किन्ना कुछ ਅਸੀਂ बनाते हैं ना। कड़छी हिलदी ਉਹਦੇ ਵਿੱਚ, सब्जियां ਵਿੱਚ, कड़ाह प्रसाद खीर ਦੇ ਅੰਦਰ कड़छियां ਫਿਰਦੀਆਂ ਨੇ। ਤੇ ਜੇ ਕੜਛੀ ਤੋਂ ਪੁੱਛੀਏ ਵੀ ਕੜਾਹ ਦਾ ਸਵਾਦ ਕਿਵੇਂ ਦਾ ਹੈ, खीर ਦਾ ਸਵਾਦ ਕਿਵੇਂ ਦਾ ਹੈ, ਪਰ ਉਹ ਦੱਸਦੀ ਨਹੀਂ ਕਿਉਂਕਿ ਫਿਰ ਰਹੀ, ਉਹਨੇ ਚੱਖਿਆ ਨਹੀਂ ਨਾ। फिर रही है पर कड़छी सुननी है स्वाद तो। इसे तरह ओ मुख जिन्हां ने कदी सच नूं बयान नहीं किया, अपनाया नहीं, पर जबान नाल गल्लां करी जा रहे ने, ओ नाम रस नूं, सच दे रस नूं, गुरु दी सिक्ख्या दे रस नूं मान नहीं सकते, क्योंकि गल्लां ही कर रहे ने। मूंह कड़छी दा विच सब्जी दे, पर कड़छी दे अंदर ते नहीं ना कुछ भी जा रहा, खात नहीं ना रही। जबान दे नाल गल्लां बहुत कर रहे हैं। धर्म दीयां किन्नियां गल्लां हुंदियां ने। देखो सवेरे तुसी टीवी ऑन करो, कोई ना कोई बाबा भाई प्रचारक कथा कर रहा है, ऑनलाइन क्लासां ने, व्हाट्सएप दे उत्ते निरे मैसेज आ रहे ने, गुरबाणी दे भी चंगे चंगे मैसेज आ रहे ने, फेसबुक ते बड़ियां पोस्टां पाईयां ने, दीवारां दे उत्ते लिखियां ने, बसां ट्रकां दे उत्ते बड़े चंगे चंगे कोट लिखे ने, चंगियां चंगियां गल्लां दे नाल दीवारां भरीआं पईयां ने। हर बंदा गल कर रहा है, ईमानदारी चाहिदी है, सच चाहिदा है, हेल्प करनी चाहिदी, सारे कर रहे हैं ना। ते जिंदगी कैसी ये हाल चल रही है, हिरदे विच कुछ नहीं, सोच विच नहीं, अमल दे विच कुछ नहीं, ਤਾਂ ਫਿਰ ਬੇਸਵਾਦੀ ਜ਼ਿੰਦਗੀ ਰਹੇਗੀ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਕਿਸੇ ਕਾਗਜ਼ ਤੇ ਲਿਖ ਕੇ ਵੀ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਮੰਨੇ ਕਾ ਦਾ ਮਤਲਬ ਜੋ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਹੈ, ਸਿਆਣੇ ਲੋਕ ਬਹਿ ਕੇ ਉਹਦਾ ਵਿਚਾਰ ਕਰਦੇ ਨੇ, ਉਹਦੇ ਬਾਰੇ ਵਿਚਾਰਾਂ ਕਰਦੇ ਨੇ, ਲੇਕਿਨ ਵਿਚਾਰਾਂ ਕਰਨ ਦੇ ਨਾਲ ਉਸ ਦੀ ਉੱਚੀ ਸੋਚ ਦਾ ਅੰਤ ਨਹੀਂ ਪਾਇਆ ਜਾਂਦਾ। ਜੇ ਅਸੀਂ ਕਿਸੇ ਚੰਗੀ ਸੋਚ ਵਾਲੇ ਦੇ ਵਿਚਾਰਾਂ ਵੀ ਕਰੀਏ, ਅਸੀਂ ਕਹਿ ਸਕਦੇ ਹਾਂ ਕਿ ਉਹ ਬਹੁਤ ਮਹਾਨ ਹੈ, ਉਸਨੇ ਬੜਾ ਪਰਉਪਕਾਰ ਕੀਤਾ, ਉਹਨੇ ਆਪਣਾ ਪਰਿਵਾਰ ਵਾਰਤਾ, ਉਹਨੇ ਸਾਡੇ ਵਾਸਤੇ ਬੰਦ ਕਟਾ ਲਿਆ, ਇਹ ਅਸੀਂ ਕਹੀ, ਸਾਡਾ ਕਹਿਣਾ ਫਰਜ਼ ਬਣਦਾ ਹੈ ਕਿਉਂਕਿ ਮੰਨਣ ਵਾਲੇ ਦਾ ਵਿਚਾਰ ਲੋਕ ਕਰਦੇ ਨੇ, ਕਰਨਾ ਚਾਹੀਦਾ। ਪਰ ਜੇ ਅਸੀਂ ਆਪ ਉਹਨਾਂ ਚੀਜ਼ਾਂ ਨੂੰ ਨਾ ਅਪਣਾਈਏ ਤੇ ਸਾਡੀ ਜ਼ਿੰਦਗੀ ਮਹਾਨ ਨਹੀਂ ਹੋਏਗੀ। ਹੁਣ ਅਸੀਂ ਵਿਚਾਰ ਕਿਉਂ ਕਰਨੀ ਹੈ, ਵੱਡਿਆਂ ਵਡੇਰਿਆਂ ਦੀ ਕਿਉਂ ਵਿਚਾਰ ਕਰਨੀ ਹੈ, ਇਤਿਹਾਸ ਕਿਉਂ ਪੜ੍ਹਨਾ ਹੈ, ਬਾਣੀ ਕਿਉਂ ਪੜ੍ਹਨੀ ਹੈ? ਕਿਉਂਕਿ ਜੈਸਿਆਂ ਦੀ ਅਸੀਂ ਵਿਚਾਰ ਕਰਾਂਗੇ ਨਾ, ਸਾਨੂੰ ਪ੍ਰੇਰਨਾ ਮਿਲੇਗੀ। ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਜੋ ਵੱਡਿਆਂ ਵਡੇਰਿਆਂ ਦੀਆਂ ਕਥਾ ਕਹਾਣੀਆਂ ਸਿੱਖਿਆਵਾਂ ਨੇ ਨਾ, ਉਹ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ। ਪੁੱਤਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਪੁੱਤਰ, ਇੱਕ ਪੁੱਤਰ। ਸਪੁੱਤਰ ਉਹਨੂੰ ਕਹਿੰਦੇ ਨੇ ਜੋ ਪਿਤਾ ਦੀ ਪ੍ਰੋਪਰਟੀ ਸੀ, ਉਹਨੂੰ ਉਸੇ ਤਰ੍ਹਾਂ ਬਣਾ ਕੇ ਰੱਖਿਆ। ਪਿਤਾ ਦੁਨੀਆ ਛੱਡ ਗਿਆ, ਕੋਈ ਪ੍ਰੋਪਰਟੀ ਦੇ ਗਿਆ 10 ਕਿੱਲੇ,
ਤਾਂ ਉਸ ਬੱਚੇ ਨੇ 10 ਕਿੱਲੇ ਨੂੰ ਹੀ ਸੰਭਾਲ ਕੇ ਰੱਖਿਆ ਜੋ ਪਿਤਾ ਦੇ ਗਿਆ ਸੀ, ਸਗੋਂ ਉਸ ਪ੍ਰੋਪਰਟੀ ਨੂੰ ਹੋਰ ਵਧਾਇਆ, ਆਪਣੀ ਜ਼ਮੀਨ 15-20 ਕਿੱਲੇ ਬਣਾ ਲਈ। ਜਿਨ੍ਹਾਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਮਿਲਵਰਤਨ ਸੀ, ਉਹਨੇ ਪਿਤਾ ਦਾ ਉਹ ਮਿਲਵਰਤਨ ਉਸੇ ਤਰ੍ਹਾਂ ਬਣਾ ਕੇ ਰੱਖਿਆ, ਪਿਤਾ ਦੇ ਯਾਰਾਂ ਦੋਸਤਾਂ ਨਾਲ ਵੀ ਵਰਤਦਾ ਰਿਹਾ ਤੇ ਸਗੋਂ ਉਸ ਮਿਲਵਰਤਨ ਨੂੰ ਹੋਰ ਚੰਗਾ ਬਣਾਇਆ, ਹੋਰ ਉਹਦੇ ਵਿੱਚ ਵਾਧਾ ਕੀਤਾ। ਇਹਨੂੰ ਕਹਿੰਦੇ ਨੇ ਸਪੁੱਤਰ। ਤੇ ਕਪੁੱਤਰ ਕਿਹਨੂੰ ਕਹਿੰਦੇ ਨੇ? ਪਿਤਾ 10 ਕਿੱਲੇ ਜ਼ਮੀਨ ਛੱਡ ਗਿਆ ਤੇ ਪਿਓ ਨੇ ਪੁੱਤਰ ਨੇ ਅੱਗੋਂ ਹਾਲੇ ਪਿਤਾ ਦਾ ਭੋਗ ਵੀ ਨਹੀਂ ਪਿਆ ਤੇ ਕਿੱਲਾ ਜ਼ਮੀਨ ਵੇਚ ਦਿੱਤੀ। ਚਾਚੇ ਦੇ ਨਾਲ ਲੜ ਪਿਆ, ਪਿਤਾ ਦਾ ਦੋਸਤ ਘਰ ਆਇਆ ਤੇ ਉਹਨੂੰ ਕਹਿਤਾ ਵੀ ਹੁਣ ਉਹ ਪਿਓ ਮਰ ਗਿਆ, ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਸੰਬੰਧ ਵੀ ਤੋੜ ਦਿੱਤੇ, ਜ਼ਮੀਨ ਵੀ ਖਰਾਬ ਕਰ ਲਈ ਔਰ ਨਸ਼ਿਆਂ ਦੇ ਵਿੱਚ ਖਚਤ ਹੋ ਗਿਆ। ਉਹਨੂੰ ਕਹਿੰਦੇ ਨੇ ਕਪੁੱਤਰ। ਤਾਂ ਅਸੀਂ ਸਪੁੱਤਰ ਬਣਨਾ, ਕਪੁੱਤਰ ਨਹੀਂ। ਸਾਡੇ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਜੀ ਨੇ ਸਾਨੂੰ ਕਿਹੜੇ ਸਿਧਾਂਤ ਦਿੱਤੇ ਨੇ? ਬਾਣੀ ਚੋਂ ਸਾਨੂੰ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ? ਇਤਿਹਾਸ ਚੋਂ ਸਾਨੂੰ ਕਿਹੜੀ ਸਿੱਖਿਆ ਮਿਲਦੀ ਹੈ? ਅਸੀਂ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਪੜ੍ਹਨਾ ਔਰ ਸੁਣਨਾ ਹੈ ਕਿ ਅਸੀਂ ਸਪੁੱਤਰ ਬਣੀਏ, ਅਸੀਂ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਦੇਣ ਨੂੰ ਸੰਭਾਲੀਏ, ਆਪ ਉਹਦੇ ਤੇ ਅਮਲ ਕਰੀਏ ਤੇ ਮੇਰਾ ਆਪ ਅਮਲ ਨਾ ਕਰੀਏ, ਦੁਨੀਆ ਦੇ ਕੋਨੇ-ਕੋਨੇ ਤੱਕ ਇਸ ਚੀਜ਼ ਨੂੰ ਵਧਾਈਏ, ਦੂਜੇ ਮਨੁੱਖਾਂ ਤੱਕ ਇਸ ਚੀਜ਼ ਨੂੰ ਪਹੁੰਚਾਈਏ। ਸਾਡੇ ਵੱਲ ਵੇਖ ਕੇ ਕੋਈ ਹੋਰ ਬੰਦਾ ਵੀ ਸਿੱਖ ਬਣਨਾ ਚਾਹੇ, ਸਾਡੀ ਐਸੀ ਸ਼ਾਂਤ ਚੰਗੀ ਸੋਹਣੀ ਜ਼ਿੰਦਗੀ ਹੋਵੇ ਕਿ ਸਾਡੇ ਵੱਲ ਵੇਖ ਕੇ ਕੋਈ ਹੋਰ ਬੰਦਾ ਵੀ ਸੁਖੀ ਔਰ ਸ਼ਾਂਤ ਹੋਣਾ ਚਾਹੇ, ਸਾਡੇ ਤੋਂ ਆਣ ਕੇ ਪੁੱਛੇ ਵੀ ਯਾਰ ਇਸ ਦੁਨੀਆ ਵਿੱਚ ਇੰਨੇ ਦੁੱਖ ਨੇ, ਚਿੰਤਾਵਾਂ ਨੇ, ਫਿਕਰ ਨੇ, ਤੁਸੀਂ ਕਿਵੇਂ ਖੁਸ਼ ਰਹਿੰਦੇ ਹੋ? ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਕਿ ਇਸ ਦੁਨੀਆ ਦੇ ਅੰਦਰ ਆਮ ਬੰਦੇ ਦਾ ਚਿਹਰਾ ਪ੍ਰਸ਼ਟਿਆ ਹੋਇਆ ਹੈ, ਆਮ ਬੰਦੇ ਦੇ ਚਿਹਰੇ ਦੇ ਉੱਤੇ ਰੌਣਕ ਨਹੀਂ ਹੈ, ਚਿਹਰੇ ਦੇ ਉੱਤੇ ਚਿੰਤਾ ਦੇ ਸ਼ਿਕਨ ਨੇ, ਅੱਖਾਂ ਦੇ ਚਫੇਰੇ ਕਾਲੇ ਘੇਰੇ ਨੇ ਔਰ ਕਾਲੇ ਘੇਰੇ ਦੱਸਦੇ ਨੇ ਪਏ ਕਿ ਇਹ ਜਿਹੜਾ ਹਾਸਾ ਹੈ ਉਹ ਨਕਲੀ ਹੈ। ਅੱਖਾਂ ਦੇ ਕਾਲੇ ਘੇਰੇ ਦੱਸਦੇ ਨੇ ਪਏ ਕਿ ਇਹਦੇ ਅੰਦਰ ਕੋਈ ਦੁੱਖ, ਕੋਈ ਤਕਲੀਫ, ਕੋਈ ਇਹਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੋਈ ਹੈ। ਆਮ ਬੰਦੇ ਦਾ ਵਿਹਾਰ ਕੈਸਾ ਹੈ ਕਿ ਜਿਹਦੇ ਵਿੱਚ ਆਮ ਬੰਦੇ ਦਾ ਵਿਹਾਰ ਗੁੱਸੇ ਵਾਲਾ ਹੈ, ਲੋਭ ਲਾਲਚ ਵਾਲਾ ਹੈ ਜਾਂ ਕੁਛ ਐਸਾ। ਲੇਕਿਨ ਐਸੀ ਦੁਨੀਆ ਵਿੱਚ ਇੱਕ ਐਸਾ ਬੰਦਾ ਹੈ ਜਿਹੜਾ ਚਿਹਰਾ ਦਗ-ਦਗ ਕਰਦਾ ਹੈ, ਜਿਹਦੇ ਬੁੱਲਾਂ ਤੇ ਮੁਸਕਰਾਹਟ ਹੈ, ਜਿਹਦਾ ਮੱਥਾ ਬਿਲਕੁਲ ਖਿੜਿਆ ਹੋਇਆ ਹੈ, ਜਿਹਦੇ ਬੋਲ ਬੜੇ ਮਿੱਠੇ ਨੇ, ਜਿਹਦਾ ਵਿਹਾਰ ਬੜਾ ਪਿਆਰਾ ਹੈ, ਜੋ ਕਿਸੇ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਦਾ ਹੈ, ਜੋ ਕਿਸੇ ਦੀ ਹੈਲਪ ਕਰਦਾ ਹੈ, ਤਾਂ ਫਿਰ ਪੁੱਛਣਾ ਤੇ ਬਣਦਾ ਨਾ ਵੀ ਯਾਰ ਤੇਰੀ ਜ਼ਿੰਦਗੀ ਐਵੇਂ ਕਿਵੇਂ ਬਣ ਗਈ, ਸਾਨੂੰ ਵੀ ਕੋਈ ਦੱਸ, ਅਸੀਂ ਵੀ ਖੁਸ਼ ਰਹਿ ਸਕੀਏ। ਤਾਂ ਐਸੀ ਮਹਾਨ ਜ਼ਿੰਦਗੀ ਗੁਰੂ ਦੇ ਸਿੱਖ ਨੇ ਜੀਣੀ ਹੈ ਕਿ ਕੋਈ ਉਹਦੇ ਕੋਲ ਆਣ ਕੇ ਪੁੱਛੇ ਵੀ ਸੱਜਣਾ ਸਾਨੂੰ ਵੀ ਦੱਸ ਐਸੀ ਜ਼ਿੰਦਗੀ ਕਿਵੇਂ ਜੀਵੀ ਜਾ ਸਕਦੀ ਹੈ, ਫਿਰ ਆਨੰਦ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੰਨੇ ਕਾ ਬਹਿ ਕਰਨ ਵਿਚਾਰ, ਜਿਹੜਾ ਨਾਮ ਨੂੰ ਮੰਨਣ ਵਾਲਾ ਹੈ ਨਾ, ਉਹਦੀਆਂ ਲੋਕੀ ਬਹਿ ਕੇ ਵਿਚਾਰਾਂ ਕਰਦੇ ਨੇ, ਉਹਨਾਂ ਦਾ ਇਤਿਹਾਸ ਢਾਡੀ ਗਾਉਂਦੇ ਨੇ, ਉਹਨਾਂ ਦੀਆਂ ਵਿਚਾਰਾਂ ਇਤਿਹਾਸਕਾਰ ਕਰਦੇ ਨੇ, ਇਤਿਹਾਸ ਦੇ ਅੰਦਰ ਉਹਨਾਂ ਦੀ ਸ਼ੋਭਾ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਹੈ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਦਾ ਨਾਮ। ਨਾਮ ਦਾ ਮਤਲਬ ਹੁਕਮ, ਉਹਦੇ ਗੁਣ। ਜੇ ਰੱਬੀ ਰਜਾ ਦੇ ਅੰਦਰ ਤੁਰਿਆ ਜਾਏ ਤਾਂ ਇੰਨਾ ਮਹਾਨ ਬੰਦਾ ਹੋ ਸਕਦਾ ਹੈ। ਨਿਰੰਜਨ, ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ, ਰੱਬ ਦਾ ਨਾਮ, ਰੱਬ ਦੇ ਚਰਨ, ਰੱਬ ਦੇ ਗੁਣ, ਗੁਰੂ ਦੀ ਫਿਲਾਸਫੀ, ਗੁਰੂ ਦਾ ਜੀਵਨ ਜਿਹੜਾ ਹੈ ਉਹ ਕਮਲ ਵਰਗਾ ਹੈ। ਕਮਲ ਦੇ ਅੰਦਰ ਖੇੜਾ ਹੈ, ਕਮਲ ਅੰਦਰ ਸੁੰਦਰਤਾ ਹੈ, ਕਮਲ ਅੰਦਰ ਕੋਮਲਤਾ ਹੈ, ਕਮਲ ਅੰਦਰ ਸੁਗੰਧ ਹੈ, ਕਮਲ ਅੰਦਰ ਰਸ ਹੈ, ਭੰਵਰੇ ਉਹਦੇ ਤੋਂ ਮੋਹਿਤ ਹੁੰਦੇ ਨੇ। ਤੇ ਜਿਹੜਾ ਰੱਬ ਦੇ ਹੁਕਮ ਦੇ ਨਾਲ ਜੁੜੇਗਾ, ਉਹਦੀਆਂ ਇਹ ਨਿਸ਼ਾਨੀਆਂ ਹੋਣਗੀਆਂ, ਉਹਦਾ ਜੀਵਨ, ਉਹਦਾ ਚਿਹਰਾ, ਉਹਦਾ ਹਿਰਦਾ ਕਮਲ ਦੀ ਤਰ੍ਹਾਂ ਖਿੜਿਆ ਹੋਏਗਾ, ਉਹਦੀ ਸੋਚ ਦੇ ਅੰਦਰ ਕਮਲ ਵਰਗੀ ਸੁੰਦਰਤਾ ਹੋਏਗੀ, ਉਹਦੇ ਅੰਦਰ ਕਮਲ ਵਰਗੀ ਕੋਮਲਤਾ, ਉਹਦਾ ਹਿਰਦਾ ਕੋਮਲ ਹੋਏਗਾ, ਉਹ ਕਿਸੇ ਨੂੰ ਦੁੱਖ ਨਹੀਂ ਦੇਵੇਗਾ, ਉਹਦੇ ਅੰਦਰ ਗੁਣਾਂ ਦੀ ਸੁਗੰਧ ਹੋਏਗੀ, ਉਹਦੀ ਬਾਣੀ ਦੇ ਅੰਦਰ ਮਿਠਾਸ ਹੋਏਗੀ ਤੇ ਉਹਦੇ ਤੋਂ ਲੋਕ ਮੋਹਿਤ ਹੋਣਗੇ, ਉਹਦੇ ਵੱਲ ਆਕਰਸ਼ਿਤ ਹੋਣਗੇ। ਐਸੀ ਜ਼ਿੰਦਗੀ
ਹੋ ਸਕਦੀ ਹੈ, ਕਿਉਂਕਿ ਪ੍ਰਭੂ ਦਾ ਨਾਮ, ਰੱਬ ਦੇ ਗੁਣ, ਰੱਬ ਦੀ ਰਜ਼ਾ ਔਰ ਭਾਣਾ ਇੰਨਾ ਮਹਾਨ ਹੈ, ਗੁਰੂ ਦੀ ਸਿੱਖਿਆ ਇੰਨੀ ਮਹਾਨ ਹੈ, ਜੇ ਉਹਨੂੰ ਮੰਨ ਲਿਆ ਜਾਏ, ਜੇ ਉਹਨੂੰ ਅਪਣਾ ਲਿਆ ਜਾਏ, ਐਸੀ ਜ਼ਿੰਦਗੀ ਬਣ ਸਕਦੀ ਹੈ। ਪਰ ਬਣੇਗੀ ਕਿਦੀ? ਜੇ ਕੋ ਮਨ ਜਾਣੈ ਮਨ ਕੋਏ। ਹੁਣ ਇਹਨੂੰ ਨਾ ਧਿਆਨ ਨਾਲ ਪੜਨਾ ਹੈ। ਜੋ ਪਹਿਲਾ ਮਨ ਹੈ ਨਾ, ਇੱਥੇ ਮੰਮੇ ਦੇ ਉੱਤੇ ਟਿੱਪੀ ਹੈ, ਤੇ ਦੂਜਾ ਜੋ ਮਨ ਹੈ ਮਨ ਕੋਏ, ਇੱਥੇ ਮੰਮੇ ਤੇ ਟਿੱਪੀ ਨਹੀਂ ਹੈ। ਜੇ ਕੋ ਮਨ ਜਾਣੈ, ਇਹਨੂੰ ਮਨ ਪੜਨਾ ਹੈ। ਮਨ ਦਾ ਮਤਲਬ ਮੰਨਣਾ, ਕਿ ਤੂੰ ਮੇਰੀ ਗੱਲ ਮੰਨ, ਇਸ ਗੱਲ ਨੂੰ ਮੰਨ ਜਾ। ਤੇ ਦੂਜੇ ਮਨ ਦਾ ਮਤਲਬ ਹੈ ਮਨ। ਮਨ ਦੇ ਨੰਨੇ ਨਾਲ ਸਿਹਾਰੀ ਹੈ ਮਨ ਵਿੱਚ। ਪਹਿਲੇ ਮਨ ਦਾ ਮਤਲਬ ਮੰਨ ਕੇ, ਜੇ ਕੋਈ ਮੰਨਣਾ ਜਾਣਦਾ ਹੋਵੇ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਆਪਣੇ ਮਨ ਦੇ ਅੰਦਰ ਮਨਨ ਕਰਨਾ ਜਾਣਦਾ ਹੋਵੇ, ਜੇ ਕੋਈ ਰੱਬ ਦੀ ਰਜ਼ਾ ਨੂੰ ਆਪਣੇ ਮਨ ਯਾਨੀ ਮੈਂਟੈਲਿਟੀ, ਆਪਣੀ ਸੋਚ ਦੇ ਅੰਦਰ ਵਸਾਣਾ ਜਾਣਦਾ ਹੋਵੇ, ਜੇ ਕੋਈ ਰੱਬ ਦੀ ਰਜ਼ਾ ਭਾਣੇ ਨੂੰ ਆਪਣੀ ਸੋਚ ਵਿੱਚ ਵਸਾ ਲਵੇ, ਆਪਣੀ ਸੋਚ ਨੂੰ ਰੱਬ ਦੀ ਰਜ਼ਾ ਭਾਣੇ ਮੁਤਾਬਕ ਬਣਾ ਲਵੇ, ਆਪਣੇ ਜੀਵਨ ਨੂੰ ਰੱਬ ਦੀ ਰਜ਼ਾ ਮੁਤਾਬਕ ਬਣਾ ਲਵੇ, ਜੋ ਲਾ ਆਫ ਨੇਚਰ ਹੈ ਇਹਨੂੰ ਸਮਝੇ, ਰੱਬ ਦੇ ਗੁਣਾਂ ਨੂੰ ਸਮਝੇ, ਜੋ ਮੂਲ ਮੰਤਰ ਵਿੱਚ ਅਸਾਂ ਬਿਆਨ ਕੀਤੇ ਨੇ, ਵਿਚਾਰ ਕੀਤੀ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਉਹ ਇੱਕ ਹੈ। ਜੇ ਕੋਈ ਇੱਕ ਨੂੰ ਮਨਨ ਕਰਨਾ ਜਾਣਦਾ ਹੋਵੇ, ਕਿ ਸਾਰਿਆਂ ਦੇ ਅੰਦਰ ਇੱਕੋ ਹੀ ਹੈ, ਅੰਦਰੋਂ ਬਾਹਰੋਂ ਇੱਕ ਹੋ ਜਾਏ, ਸਭ ਦੇ ਨਾਲ ਵਿਹਾਰ ਇੱਕ ਜੈਸਾ ਕਰੇ। ਰੱਬ ਦਾ ਨਾਮ ਸਤਨਾਮ ਸੱਚਾਈ ਹੈ, ਤੇ ਸੱਚਾਈ ਨੂੰ ਜੇ ਕੋਈ ਮਨ ਦੇ ਅੰਦਰ ਵਸਾ ਲਵੇ, ਨਿਰਭੈਤਾ ਨੂੰ ਵਸਾ ਲਵੇ, ਕਰਤਾ ਪੁਰਖ ਦੇ ਗੁਣ ਨੂੰ ਮਨ ਵਿੱਚ ਵਸਾ ਲਵੇ, ਨਿਰਵੈਰ ਨੂੰ ਮਨ ਵਿੱਚ ਵਸਾ ਲਵੇ, ਅਜੂਨੀ ਦੇ ਗੁਣ ਨੂੰ ਮਨ ਵਿੱਚ ਵਸਾ ਲਵੇ, ਇਹਨਾਂ ਗੁਣਾਂ ਦੇ ਉੱਤੇ ਅਮਲ ਕਰੇ, ਤਾਂ ਗੁਰੂ ਜੀ ਕਹਿੰਦੇ ਨੇ ਇੰਨਾ ਮਹਾਨ ਹੈ ਪ੍ਰਭੂ ਦਾ ਨਾਮ। ਜਿਹੜਾ ਵੀ ਉਹਨੂੰ ਮੰਨੇਗਾ, ਰਜਾ ਵਿੱਚ ਤੁਰੇਗਾ। ਨਾਮ ਦਾ ਮਤਲਬ ਹੁਕਮ, ਜੋ ਰਜਾ ਵਿੱਚ ਤੁਰੇਗਾ, ਗੁਰੂ ਦੀ ਸਿੱਖਿਆ ਨੂੰ ਮੰਨੇਗਾ, ਉਹਦੀ ਉੱਚੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕੇਗਾ। ਇੰਨਾ ਉੱਚਾ ਹੋ ਜਾਏਗਾ, ਰੱਬ ਵਰਗਾ। ਅਬ ਤੋਂ ਜਾਏ ਚੜ੍ਹੇ ਸਿੰਘਾਸਨ। ਜੇ ਕੋਈ ਉਹਦੇ ਬਾਰੇ ਕਹਿਣ ਦਾ ਯਤਨ ਕਰੇਗਾ, ਉਹਨੂੰ ਪਛਤਾਉਣਾ ਪਵੇਗਾ। ਕੋਈ ਕਾਗਜ਼ ਦੇ ਉੱਤੇ ਕੋਈ ਲਿਖਣ ਵਾਲਾ ਨਹੀਂ ਕਿ ਉਹਦੀ ਉੱਚੀ ਸੋਚ ਨੂੰ ਲਿਖ ਕੇ ਬਿਆਨ ਕਰ ਦੇਵੇ, ਉਹਦਾ ਅੰਤ ਪਾ ਲਵੇ, ਐਸਾ ਨਹੀਂ ਹੈ। ਸਗੋਂ ਮੰਨਣ ਵਾਲੇ ਦਾ ਲੋਕ ਬਹਿ ਕੇ ਵਿਚਾਰ ਕਰਦੇ ਨੇ, ਪਰ ਵਿਚਾਰਾਂ ਕਰਨ ਦੇ ਨਾਲ ਉਹਦੀ ਸ਼ੋਭਾ ਦਾ ਅੰਤ ਨਹੀਂ ਪੈਂਦਾ। ਇੰਨਾ ਮਹਾਨ ਹੈ ਗੁਰੂ ਦਾ ਗਿਆਨ, ਗੁਰੂ ਦੀ ਸਿੱਖਿਆ, ਰੱਬ ਦਾ ਹੁਕਮ, ਗੁਰੂ ਦੀ ਪਾਵਨ ਬਾਣੀ। ਜੇ ਕੋਈ ਇਹਨੂੰ ਮੰਨਣਾ ਜਾਣਦਾ ਹੋਵੇ, ਤਾਂ ਇਹਦਾ ਮਤਲਬ ਸਾਨੂੰ ਜਪਜੀ ਸਾਹਿਬ ਜੀ ਦੇ ਵਿੱਚੋਂ ਇੰਨਾ ਮਹਾਨ ਜੀਵਨ ਮਿਲ ਸਕਦਾ ਹੈ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਮੰਨ ਲਈਏ। ਤੇ ਹੁਣ ਮੰਨਣਾ, ਦੇਖੋ, ਇਹਦੇ ਵਿੱਚ ਕੋਈ ਸਾਡੇ ਵਾਸਤੇ ਤਕਲੀਫ ਨਹੀਂ ਹੈ। ਨਾ ਤੇ ਸਾਨੂੰ ਇਸ ਪੌੜੀ ਵਿੱਚ ਮਾਲਾ ਫੇਰਨ ਲਈ ਕਿਹਾ ਜਾ ਰਿਹਾ, ਨਾ ਸਾਨੂੰ ਕਿਹਾ ਜਾ ਰਿਹਾ ਵੀ ਇੰਡੀਆ ਤੋਂ ਜਾਓ ਤੇ ਤੀਰਥਾਂ ਤੇ ਨਹਾ ਕੇ ਆਓ, ਯਾਤਰਾ ਕਰਕੇ ਆਓ, ਕੰਮ ਤੁਹਾਡਾ ਗੁਆਚੇ। ਇਹ ਵੀ ਨਹੀਂ ਕਿਹਾ ਜਾ ਰਿਹਾ। ਇਹ ਵੀ ਨਹੀਂ ਕਿਹਾ ਜਾ ਰਿਹਾ ਕਿ ਜੰਗਲਾਂ ਵਿੱਚ ਜਾਓ ਤੇ ਪੁੱਠੇ ਸਿੱਧੇ ਤਪ ਕਰੋ, ਧੂਣੀਆਂ ਬਾਲ ਕੇ ਵਿੱਚ ਬਹਿ ਜਾਓ, ਕਿਸੇ ਰੁੱਖ ਨਾਲ ਚਮਗਿੱਦੜ ਵਾਂਗੂ ਲਟਕ ਜਾਓ। ਬਿਲਕੁਲ ਇਹ ਕੰਮ ਨਹੀਂ ਕਹੇ। ਨਾ ਕਿਹਾ ਹੈ ਕਿ ਗ੍ਰਸਤ ਦਾ ਤਿਆਗ ਕਰੋ। ਨਾ ਇਸ ਪੌੜੀ ਵਿੱਚ ਕਿ ਇਹੋ ਜਿਹਾ ਪਹਿਨਾਵਾ ਪਹਿਨੋ। ਨਾ ਇਹਦੇ ਵਿੱਚ ਇਹ ਕਿਹਾ ਕਿ ਇਧਰ ਨੂੰ ਮੂੰਹ ਕਰਕੇ ਪਾਣੀ ਪੀਓ, ਇਧਰ ਨੂੰ ਮੂੰਹ ਕਰਕੇ ਰੋਟੀ ਖਾਓ। ਘਰ ਦੇ ਵਿੱਚ ਵਾਸਤੂ ਸ਼ਾਸਤਰ ਕੁਛ ਵੀ ਨਹੀਂ ਐਸਾ। ਨਾ ਕਿਹਾ ਹੈ ਤੁਸੀਂ ਜੌਬ ਛੱਡੋ, ਨਾ ਕਿਹਾ ਹੈ ਦੁਕਾਨਦਾਰੀ ਛੱਡੋ, ਨਾ ਕਿਹਾ ਹੈ ਨੌਕਰੀ ਨਾ ਕਰੋ, ਨਾ ਕਿਹਾ ਹੈ ਵਿਆਹ ਨਾ ਕਰਾਓ, ਕੁਛ ਵੀ ਨਹੀਂ। ਗੱਲ ਤਾਂ ਸਿੱਧੀ ਜ਼ਿੰਦਗੀ ਜੀਣ ਦੀ ਹੈ। ਗ੍ਰਸਤੀ ਹੁੰਦਿਆਂ, ਭੈਣਾਂ ਭਰਾਵਾਂ, ਰਿਸ਼ਤੇਦਾਰਾਂ, ਯਾਰਾਂ ਦੋਸਤਾਂ ਦੇ ਵਿੱਚ ਵਿਚਰਦਿਆਂ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜੀਣੀ ਹੈ। ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ। ਇਹਦੇ ਵਿੱਚ ਕੀ ਔਖਾ ਹੈ? ਹੁਣ ਔਖਾ ਸਾਨੂੰ ਤਾਂ ਲੱਗਦਾ ਕਿਉਂਕਿ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ 51 ਪੌਂਡ ਕਿਸੇ ਬਾਬੇ ਨੂੰ ਦੇ ਕੇ ਵਰ ਲੈ ਲਈਏ, ਉਹ ਸੌਖਾ ਲੱਗਦਾ ਹੈ। ਜੇ ਕੋਈ ਕਵੇ ਨਾ ਕਿਸੇ ਨੂੰ ਕਹੀਏ ਵੀ ਵੇਟ ਘਟਾਣਾ ਹੈ, ਤਾਂ ਉਹ ਕਵੇ ਵੀ ਤੁਸੀਂ ਗਿਆਨੀ ਜੀ ਇੰਜ ਕਰਿਆ ਕਰੋ ਕਿ ਸਵੇਰੇ ਰੇਸ ਲਾਇਆ ਕਰੋ, ਜਾਂ ਸਵੀਮਿੰਗ ਕਰੋ, ਜਾਂ ਤੁਸੀਂ ਜਿਮ ਜਾਓ। ਹੁਣ ਜਿਮ ਜਾ ਕੇ ਕਸਰਤ ਕਰਨੀ, ਰੇਸ ਲਾਣੀ, ਸਵੀਮਿੰਗ ਕਰਨੀ, ਖੁਰਾਕ ਤੇ ਕੰਟਰੋਲ ਕਰਨਾ, ਇਹ ਔਖਾ ਲੱਗਦਾ। ਤੇ ਐਵੇਂ ਮੇਰਾ ਵੇਟ ਘਟਾਉਣ ਵਿੱਚ ਮੈਨੂੰ ਲੱਗਣਗੇ 3, 4, 5, 6 ਮਹੀਨੇ, ਸਾਲ ਵੀ ਲੱਗ ਜਾਣਗੇ। ਤੇ ਜੇ ਕੋਈ ਮੈਨੂੰ ਕਹੇ ਵੀ ਆ ਗੋਲੀਆਂ ਖਾ ਲੈ, ਤੇ ਗੋਲੀਆਂ ਦੇ ਨਾਲ ਪੈਸੇ ਦਿੱਤੇ, ਗੋਲੀਆਂ ਖਾ ਤੇ ਵੇਟ ਘਟ ਜਾਏਗਾ। ਹੁਣ ਘਟਣਾ ਹੈ ਨਹੀਂ, ਗੋਲੀਆਂ ਸਾਈਡ ਇਫੈਕਟ ਕਰਨਗੀਆਂ।
नुकसान होर होएगा। लेकिन मैं पैसे दे के गोलियां खा लवांगा, फिर मैं कहांगा यार मैं गोलियां खा बैठा, मेरे ते हुण पेट च पानी पै गया। ठीक मैं की होना सी, उहने ते मैनूं थाईराइड नाल करती है, मेरे गोडे होर दुखन लग गए ने। लेकिन मैं सहूलत भाली ना कि पैसिਆਂ ਨਾਲ काम हो जाए। ਹੁਣ ਗੁਰੂ ਜੀ ਕਹਿੰਦੇ ਨੇ ਇਹੋ ਜੀ ਜ਼ਿੰਦਗੀ ਜੀਓ ਤੇ ਤੁਸੀਂ ਰੱਬ ਵਰਗੇ ਮਹਾਨ ਹੋ ਜਾਓਗੇ। ਪਰ ਇਹ ਜ਼ਿੰਦਗੀ ਜੀਣ ਲਈ ਸਾਨੂੰ ਆਪ ਯਤਨ ਕਰਨਾ ਪੈਣਾ ਹੈ। ਤੇ ਬਾਬਾ ਕਹਿੰਦਾ ਮੇਰੇ ਡੇਰੇ ਤੇ ਆਣ ਕੇ ਅਖੰਡ ਪਾਠ ਕਰਾ ਦਿਓ, ਸਾਰਾ ਠੀਕ ਹੋ ਜਾਏਗਾ। ਤੇ ਅਸੀਂ ਇਹ ਚੀਜ਼ਾਂ ਪੈਸੇ ਨਾਲ ਖਰੀਦਣਾ ਚਾਹੁੰਦੇ ਹਾਂ। ਪੈਸੇ ਭੇਜਦੇ, ਬਾਬਿਆਂ ਨੇ ਪਾਠ ਕਰਤਾ, ਉਹਨਾਂ ਕੋਲ 20, 25, 50,000 ਜਿੰਨਾ ਲਿਆ ਉਹਨਾਂ ਕੋਲ ਤੇ ਪਹੁੰਚ ਗਿਆ, ਤੁਹਾਡਾ 50,000 ਦਾ ਨੁਕਸਾਨ ਵੀ ਹੋਇਆ ਤੇ ਉਹਦਾ ਸਾਈਡ ਇਫੈਕਟ ਵੀ ਹੋ ਗਿਆ। ਬਾਬਿਆਂ ਨੇ ਇਮੋਸ਼ਨਲ ਬਲੈਕਮੇਲ ਕਰਕੇ ਤੁਹਾਡੀ ਸੋਚ ਨੂੰ ਵੀ ਕੈਦ ਕਰਤਾ ਤੇ ਬਾਅਦ ਚ ਪਤਾ ਲੱਗਾ ਯਾਰ ਅਸੀਂ ਤੇ ਲੁੱਟੇ ਗਏ। ਤਾਂ ਇਸ ਕਰਕੇ ਗੁਰੂ ਦੀ ਪਾਵਨ ਬਾਣੀ ਨੂੰ ਜੇ ਕੋਈ ਮੰਨੇ, ਇਹਦੇ ਉੱਤੇ ਅਮਲ ਕਰੇ ਤਾਂ ਬਹੁਤ ਸੌਖਾ ਹੈ, ਲੇਕਿਨ ਟਰਾਈ ਤਾਂ ਕਰਨੀ ਪਵੇਗੀ। ਐਸੀ ਜ਼ਿੰਦਗੀ ਹੋ ਸਕਦੀ ਹੈ। ਹੁਣ ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮੰਨਣ ਦੇ ਨਾਲ ਕੀ ਹੋਏਗਾ। ਮੰਨੈ ਸੁਰਤ ਹੋਵੇ ਮਨ ਬੁੱਧ। ਦੇਖੋ ਪਹਿਲੀ ਪੌੜੀ ਔਰ ਦੂਜੀ ਪੌੜੀ ਨੂੰ ਪੜਨ ਲੱਗਿਆ ਧਿਆਨ ਰੱਖਣਾ ਹੈ। ਪਹਿਲੀ ਪੌੜੀ ਵਿੱਚ ਹੈ ਮੰਨੇ ਕੀ ਗੱਤ ਹੀ ਨਾ ਜਾਏ। ਮੰਨੇ ਇੱਕ ਲਾਂ ਹੈ, ਮੰਨੇ ਕੀ ਗੱਤ ਕਹੀ ਨਾ ਜਾਏ। ਲੇਕਿਨ ਅਗਲੀ ਪੌੜੀ ਵਿੱਚ ਹੈ ਮੰਨੈ ਦੁਲਾਵਾਂ ਨੇ। ਪਹਿਲੇ ਦਾ ਮਤਲਬ ਸੀ ਮੰਨਣ ਵਾਲੇ ਦੀ, ਤੇ ਇੱਥੇ ਮੰਨੇ ਦਾ ਅਰਥ ਹੈ ਮੰਨਣ ਨਾਲ, ਮੰਨਣ ਕਰਕੇ। ਜੇ ਮੰਨ ਲਈਏ, ਜੇ ਮੰਨ ਲਿਆ ਜਾਏ ਤੇ ਫਿਰ ਕੀ ਹੋਏਗਾ। ਹੁਣ ਜੇ ਮੰਨ ਲਿਆ ਜਾਏ ਗੁਰੂ ਦੀ ਸਿੱਖਿਆ ਨੂੰ, ਬਾਣੀ ਨੂੰ, ਰੱਬ ਦੀ ਰਜ਼ਾ ਨੂੰ, ਤਾਂ ਉਹਦੇ ਨਾਲ ਕੀ ਹੋਏਗਾ, ਜਿਸ ਕਰਕੇ ਸਾਨੂੰ ਸਮਝ ਪੈ ਜਾਏ ਕਿ ਅਸੀਂ ਮੰਨ ਰਹੇ ਹਾਂ ਕਿ ਨਹੀਂ ਮੰਨ ਰਹੇ। ਕਿਉਂਕਿ ਕੁਝ ਨਿਸ਼ਾਨੀਆਂ ਨੇ। ਤੁਸੀਂ ਇੰਡੀਆ ਦੇ ਅੰਦਰ ਮੰਨ ਲਓ ਕਸ਼ਮੀਰ ਵੱਲ ਜਾ ਰਹੇ ਹੋ, ਤੇ ਕਸ਼ਮੀਰ ਵੱਲ ਜਾਂਦਿਆਂ ਹੋਇਆਂ ਜਦੋਂ ਕਸ਼ਮੀਰ ਨਜ਼ਦੀਕ ਆਏਗਾ ਨਾ, ਇੱਕ ਤਾਂ ਕਿਲੋਮੀਟਰ ਨੇ ਉਹਨਾਂ ਤੇ ਲਿਖਿਆ ਹੈ ਕਸ਼ਮੀਰ ਇੰਨੇ ਕਿਲੋਮੀਟਰ। ਜਿਵੇਂ ਜਿਵੇਂ ਕਸ਼ਮੀਰ ਦੇ ਨਜ਼ਦੀਕ ਜਾਓਗੇ ਨਾ, ਵਾਦੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਪਹਾੜੀਆਂ ਸ਼ੁਰੂ ਹੋ ਜਾਣਗੀਆਂ, ਥੋੜੀ ਠੰਡਕ ਸ਼ੁਰੂ ਹੋ ਜਾਏਗੀ। ਤਾਂ ਇਹ ਨਿਸ਼ਾਨੀਆਂ ਨੇ ਨਾ ਕਿ ਅਸੀਂ ਕਸ਼ਮੀਰ ਦੇ ਨਜ਼ਦੀਕ ਜਾ ਰਹੇ ਹਾਂ। ਜੇ ਤੁਸੀਂ ਮੰਨ ਲਓ ਲੁਧਿਆਣੇ ਤੋਂ ਦਿੱਲੀ ਨੂੰ ਜਾ ਰਹੇ ਹੋ, ਤਾਂ ਨਿਸ਼ਾਨੀਆਂ ਆ ਰਹੀਆਂ ਨੇ, ਅੱਗੇ ਬੋਰਡ ਲੱਗੇ ਨੇ, ਦਿੱਲੀ 200 ਕਿਲੋਮੀਟਰ, ਅੱਗੇ ਆ ਗਿਆ 100 ਕਿਲੋਮੀਟਰ, 50, ਫਿਰ ਅੱਗੇ ਆ ਜਾਂਦਾ ਵੀ ਦਿੱਲੀ ਤੁਸੀਂ ਪਹੁੰਚ ਗਏ। ਨਿਸ਼ਾਨੀਆਂ ਨੇ। ਇਵੇਂ ਜੋ ਮੰਨਣ ਦੀਆਂ ਨਿਸ਼ਾਨੀਆਂ ਕੀ ਨੇ, ਮੰਨਣ ਦੇ ਨਾਲ ਸਾਡੇ ਜੀਵਨ ਵਿੱਚ ਕੀ ਫਰਕ ਹੋਵੇਗਾ, ਜਿਸ ਕਰਕੇ ਸਾਨੂੰ ਸਮਝ ਆ ਜਾਏ ਕਿ ਕੌਣ ਮੰਨ ਰਿਹਾ ਹੈ, ਕੌਣ ਨਹੀਂ ਮੰਨ ਰਿਹਾ, ਔਰ ਮੰਨਣ ਦੇ ਨਾਲ ਕੀ ਹੋਏਗਾ। ਗੁਰੂ ਜੀ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ। ਨਾਮ ਨੂੰ ਮੰਨਣ ਕਰਕੇ, ਨਾਮ ਨੂੰ ਦਾ ਮਤਲਬ ਗੁਰੂ ਦੀ ਸਿੱਖਿਆ ਨੂੰ, ਪ੍ਰਭੂ ਦੇ ਭਾਣੇ ਨੂੰ, ਪ੍ਰਭੂ ਦੀ ਰਜ਼ਾ ਨੂੰ, ਗੁਰੂ ਦੀ ਪਾਵਨ ਬਾਣੀ ਦੇ ਸਿਧਾਂਤਾਂ ਨੂੰ ਮੰਨਣ ਕਰਕੇ ਜੇ ਕੋਈ ਮੰਨੇ, ਜੇ ਗੁਰੂ ਦੀ ਸਿੱਖਿਆ ਰਾਹੀਂ ਗੁਣ ਔਰ ਗਿਆਨ ਦੇ ਉੱਤੇ ਗੁਰੂ ਦੀ ਸਿੱਖਿਆ ਤੇ ਭਰੋਸਾ ਬਣ ਜਾਏ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਬਣ ਜਾਏ, ਤਾਂ ਜ਼ਿੰਦਗੀ ਬਣਾਉਣ ਦੇ ਨਾਲ ਕੀ ਹੋਏਗਾ, ਮਨ ਔਰ ਬੁੱਧ ਦੇ ਅੰਦਰ ਸੁਰਤ ਪੈਦਾ ਹੋ ਜਾਏਗੀ, ਸੂਝ ਪੈਦਾ ਹੋ ਜਾਏਗੀ, ਮਨ ਵਿੱਚ ਵੀ ਔਰ ਬੁੱਧ ਦੇ ਅੰਦਰ ਵੀ। ਦੇਖੋ ਸਾਡਾ ਮਨ ਜਾਗਰਤ ਨਹੀਂ ਹੈ। ਜਿਵੇਂ ਅਸੀਂ ਸਾਈਕੋਲੋਜਿਸਟ ਜਾਂ ਸਾਈਕੈਟਰਿਕ ਜੋ ਲੋਕ ਨੇ, ਡਾਕਟਰ ਲੋਕ ਨੇ, ਉਹ ਦੱਸਦੇ ਨੇ ਕਿ ਜੋ ਆਮ ਬੰਦਾ ਹੈ ਉਹਦੇ ਮਨ ਦੇ ਅੰਦਰ 24 ਘੰਟਿਆਂ ਲਗਭਗ ਕਰੀਬ 60,000 ਵਿਚਾਰ ਆਉਂਦੇ ਨੇ। ਥੋੜੇ ਬਹੁਤੇ ਘੱਟ ਵੱਧ ਹੋ ਸਕਦੇ ਨੇ, ਲਗਭਗ 60,000। ਹੁਣ 60,000 ਵਿਚਾਰ ਮਨ ਵਿੱਚ ਆ ਰਹੇ ਨੇ ਤੇ ਉਹ ਘੜੇ ਹੋਏ ਤੇ ਨਹੀਂ, ਬੇਘੜੇ ਵਿਚਾਰ, ਬੇਤੁਕੇ। ਬੰਦਾ ਕਦੇ ਬੈਠਾ ਬੈਠਾ ਸੋਚੀ ਜਾਂਦਾ ਹੈ ਕਿ ਮੈਂ ਕਿਤੇ MLA ਬਣ ਜਾ, ਪ੍ਰਧਾਨ ਮੰਤਰੀ ਬਣ ਜਾਵਾਂ ਤੇ ਮੈਂ ਇਹ ਕੁਛ ਕਰ ਦਿਆਂ। ਹਵਾਈ ਮਹਿਲ ਬਣਾਉਂਦਾ ਨਾ ਬੰਦਾ। ਉਹ ਬੰਦੇ ਨੇ ਪੀਤੀ ਸੀ ਸ਼ਰਾਬ, ਤੇ ਸ਼ਰਾਬ ਪੀ ਕੇ ਘਰ ਆਇਆ ਤੇ ਘਰ ਵਾਲੀ ਕਹਿਣ ਲੱਗੀ ਵੀ ਤੂੰ ਅੱਜ ਫਿਰ ਰੱਜ ਕੇ ਆ ਗਿਆ, ਛੱਡ ਦੇ। ਸ਼ਰਾਬ ਦੀ ਬੋਤਲ ਫੜੀ, ਕਹਿੰਦਾ ਤੈਨੂੰ ਨਹੀਂ ਪਤਾ, ਜੇ ਕਿਤੇ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਨਾ ਤੇ ਮੈਂ ਪੂਰੇ ਦੇਸ਼ ਨੂੰ ਬਦਲ ਕੇ ਰੱਖ ਦਿਆਂ। ਉਹ ਆਂਦੀ ਦੇਸ਼ ਨੂੰ ਫਿਰ ਬਦਲਣੀ, ਪਹਿਲੋਂ ਕੱਪੜੇ ਬਦਲ ਲੈ, ਸਵੇਰ ਦੀ ਬੇਬੇ ਦੀ ਸਲਵਾਰ ਪਾਈ ਫਿਰਨਾ, ਕੱਪੜੇ ਬਦਲ ਲੈ। ਬੰਦਾ ਹਵਾਈ ਮਹਿਲ ਬਣਾਉਂਦਾ ਹੈ ਨਾ, हवाई महल बना रहा है बंदा। कब हूं जीड़ा ऊब चढ़त है, कब हूं जाए प्याले, लोभी जीड़ा थिर ना रहते है, चारे कुंडा पाले।
ਕਦੇ ਆਪਣੇ ਆਪ ਨੂੰ ਹੀਨ ਸਮਝ ਬੈਂਦਾ ਹੈ, ਕਦੇ ਆਪਣੇ ਆਪ ਨੂੰ ਉੱਚਾ ਸਮਝ ਬੈਂਦਾ ਹੈ। ਬੇਘੜੇ ਵਿਚਾਰ ਮਨ ਦੇ ਅੰਦਰ ਆਈ ਜਾ ਰਹੇ ਨੇ। ਪਰ ਜਦੋਂ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਉਦੋਂ ਇਹਦਾ ਮਨ ਘੜਿਆ ਜਾਂਦਾ ਹੈ, ਇਹਦੇ ਮਨ ਦੇ ਅੰਦਰ ਜਾਗਰਤ ਪੈਦਾ ਹੋ ਜਾਂਦੀ ਹੈ, ਇਹਦੇ ਸਬਕੌਂਸ਼ੀਅਸ ਦੇ ਅੰਦਰ ਸ਼ੁਭ ਵਿਚਾਰ ਆ ਜਾਂਦੇ ਨੇ, ਔਰ ਕੌਂਸ਼ੀਅਸ ਮਾਈਂਡ ਨੂੰ ਬਿਲਕੁਲ ਸਿਗਨਲ ਸੱਚੇ ਔਰ ਸੁੱਚੇ ਮਿਲਦੇ ਨੇ। ਆਟੋਮੈਟਿਕਲੀ ਫਿਰ ਇਹਦੇ ਅੰਦਰੋਂ ਪੋਜ਼ਿਟਿਵ ਥਿੰਕਿੰਗ ਆਉਂਦੀ। ਡਾਕਟਰ ਸਰੂਪ ਸਿੰਘ ਮਰਵਾਹਾ ਲਿਖਦੇ ਨੇ ਕਿ ਆਪਣੀ ਕਿਸੇ ਵੀ ਭੈੜੀ ਤੋਂ ਭੈੜੀ ਆਦਤ ਨੂੰ 20 ਕੁ ਦਿਨ ਦੇ ਅਭਿਆਸ ਦੇ ਨਾਲ ਬਦਲਿਆ ਜਾ ਸਕਦਾ ਹੈ। ਜੇ ਅਸੀਂ ਆਪਣੇ ਵਾਸਤੇ ਐਸੀ ਵਰਡਿੰਗ ਅਪਣਾ ਲਈਏ ਜੋ ਮੈਂ ਆਪ ਦੇ ਨਾਲ ਬਾਰ-ਬਾਰ ਸਾਂਝੀ ਕਰ ਰਿਹਾ, ਇਸ ਵਰਡਿੰਗ ਨੂੰ ਅਸੀਂ ਰਿਪੀਟ ਕਰੀਏ, ਫੀਲ ਕਰੀਏ ਔਰ ਨਾਲ ਅਸੀਂ ਐਕਸ਼ਨ ਵੀ ਕਰੀਏ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੈਂ ਉਤਸ਼ਾਹ ਦੇ ਨਾਲ ਭਰਿਆ ਹੋਇਆ ਹਾਂ, ਮੈਂ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਂਦਾ ਹਾਂ, ਮੇਰੇ ਚਾਰ ਚੁਫੇਰੇ ਖੁਸ਼ੀਆਂ ਪ੍ਰਸੰਨਤਾਵਾਂ ਮੌਜੂਦ ਨੇ, ਰੱਬ ਦਾ ਇਹ ਸੰਸਾਰ ਬੜਾ ਸੁਹਾਵਣਾ ਹੈ, ਇੱਥੇ ਹਰ ਸ਼ੈ ਪਰਿਪੂਰਨ ਹੈ, ਰੱਬ ਦੇ ਇਸ ਯੂਨੀਵਰਸ ਦੇ ਅੰਦਰ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਰੱਬ ਦੇ ਇਸ ਯੂਨੀਵਰਸ ਦੇ ਅੰਦਰ ਕੁਝ ਵੀ ਕਮੀ ਔਰ ਦੋਸ਼ ਨਹੀਂ ਹੈ, ਇੱਥੇ ਸਭ ਕੁਝ ਚੰਗਾ ਹੈ, ਮੈਂ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਸੱਜਣਾ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ, ਮੇਰਾ ਵਰਤਾਵ ਪਿਆਰ ਭਰਿਆ ਹੈ, ਹਰ ਇੱਕ ਕੋਲੋਂ ਮੈਨੂੰ ਪਿਆਰ ਸਤਿਕਾਰ ਮਿਲਦਾ ਹੈ, ਮੈਂ ਆਪਣੇ ਕੰਮ ਨੂੰ ਸਮੇਂ ਨਾਲ ਪੂਰਾ ਕਰਦਾ ਹਾਂ, ਆਪਣੇ ਕੰਮ ਨੂੰ ਆਪ ਕਰਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹਨਾਂ ਚੀਜ਼ਾਂ ਨੂੰ ਰਿਪੀਟ ਕਰੋ ਦਿਨ ਦੇ ਵਿੱਚ 20-30 ਵਾਰ, ਤੇ 20-30 ਦਿਨ ਦੇ ਅੰਦਰ ਸਾਡੇ ਅੰਦਰ ਇਹ ਵਿਚਾਰ ਚਲੇ ਜਾਣਗੇ। ਗੁਰਬਾਣੀ ਦਾ ਪਾਠ ਸਾਨੂੰ ਕਿਉਂ ਦੱਸਿਆ ਜਾਂਦਾ ਹੈ ਕਿ ਧਿਆਨ ਦੇ ਨਾਲ ਪਾਠ ਕਰੋ, ਧਿਆਨ ਦੇ ਨਾਲ ਵਿਚਾਰੋ, ਇਹਨਾਂ ਬਾਣੀ ਦੇ ਉੱਤੇ ਅਮਲ ਕਰੋ, ਹੌਲੇ ਹੌਲੇ ਇਹ ਸਬਕੌਂਸ਼ੀਅਸ ਮਾਈਂਡ ਅੰਦਰ ਚਲਾ ਜਾਏਗਾ। ਤੇ ਜਿਨ੍ਹਾਂ ਦੇ ਸਬਕੌਂਸ਼ੀਅਸ ਮਾਈਂਡ ਅੰਦਰ ਇਹ ਵਿਚਾਰ ਚਲੇ ਗਏ ਗੁਰਮਤ ਵਾਲੇ, ਕੌਂਸ਼ੀਅਸ ਮਾਈਂਡ ਨੂੰ ਸਿਗਨਲ ਵੀ ਸਬਕੌਂਸ਼ੀਅਸ ਚੋਂ ਆਉਣੇ ਨੇ, ਉਹ ਸਭ ਕੁਝ ਠੀਕ ਕਰੇਗਾ। ਇਹਨੂੰ ਕਹਿੰਦੇ ਨੇ ਮਨ ਦੇ ਅੰਦਰ ਸੂਝ ਪੈਦਾ ਹੋ ਜਾਣੀ। ਬੁੱਧੀ ਹੈ ਸਾਡੇ ਕੋਲ, ਹੁਣ ਦਿਮਾਗ ਤੇ ਹੈ ਨਾ, ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਮਨ ਹੈ। ਦਿਮਾਗ ਦੀ ਜਿਸ ਐਕਟੀਵਿਟੀ ਰਾਹੀਂ ਸਾਡੇ ਵਿਚਾਰ ਪੈਦਾ ਹੁੰਦੇ ਨੇ ਉਹਨੂੰ ਮਨ ਕਹਿੰਦੇ ਨੇ, ਤੇ ਦਿਮਾਗ ਦੀ ਹੀ ਇੱਕ ਐਕਟੀਵਿਟੀ ਹੈ ਬੁੱਧੀ, ਜਿਹਦੇ ਰਾਹੀਂ ਅਸੀਂ ਠੀਕ ਔਰ ਗਲਤ ਦਾ ਨਿਰਣਾ ਲੈਂਦੇ ਹਾਂ। ਤੇ ਜੇ ਨਿਰਣਾ ਅਸੀਂ ਠੀਕ ਲੈਣ ਲੱਗ ਜਾਈਏ, ਅਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰ ਲਈਏ, ਠੀਕ ਨਿਰਣੇ ਲਈਏ, ਤਾਂ ਸਾਡੇ ਕਾਰਜ ਰਾਸ ਹੋਣਗੇ, ਸਾਨੂੰ ਮਾਣ ਆਦਰ ਮਿਲੇਗਾ, ਸਤਿਕਾਰ ਮਿਲੇਗਾ। ਜਦੋਂ ਗੁਰੂ ਦੀ ਸਿੱਖਿਆ ਨੂੰ ਕੋਈ ਸੁਣਦਾ ਹੈ ਔਰ ਮੰਨਦਾ ਹੈ, ਰੱਬ ਦੀ ਰਜ਼ਾ ਭਾਣੇ ਨੂੰ ਸੁਣ ਕੇ ਮੰਨ ਲੈਂਦਾ ਹੈ, ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹਦੀ ਬੁੱਧੀ ਦੇ ਅੰਦਰੋਂ ਜੋ ਨਿਰਣੇ ਆਉਣਗੇ ਉਹ ਚੰਗੇ ਆਉਣਗੇ, ਸੂਝ ਪੈਦਾ ਹੋ ਜਾਏਗੀ, ਵਿਵੇਕ ਬੁੱਧ ਮਿਲ ਜਾਏਗੀ, ਉਹਨੂੰ ਕਾਮਨ ਸੈਂਸ ਮਿਲ ਜਾਏਗੀ, ਉਹ ਨਵੀਆਂ ਤੋਂ ਨਵੀਆਂ ਖੋਜਾਂ ਕਰੇਗਾ, ਉਹ ਨਵੇਂ ਤੋਂ ਨਵੇਂ ਵਿਚਾਰ ਪੈਦਾ ਕਰੇਗਾ ਔਰ ਸਹੀ ਫੈਸਲੇ ਲਵੇਗਾ। ਇਸ ਲਈ ਮੰਨੈ ਸੁਰਤ ਹੋਵੇ ਮਨ ਬੁੱਧ, ਜੇ ਮੰਨਿਆ ਜਾਏ ਤਾਂ ਸਾਡੀ ਸੁਰਤ ਵੀ ਉੱਚੀ ਹੋ ਜਾਏਗੀ, ਸਾਡਾ ਮਨ ਵੀ ਰੋਸ਼ਨ ਹੋ ਜਾਏਗਾ, ਸਾਨੂੰ ਵਿਵੇਕ ਬੁੱਧ ਵੀ ਮਿਲ ਜਾਏਗੀ। ਜੇ ਇਹ ਚੀਜ਼ਾਂ ਮਿਲ ਗਈਆਂ ਨੇ ਤਾਂ ਸਮਝ ਲੈਣਾ ਅਸੀਂ ਮੰਨ ਰਹੇ ਹਾਂ, ਜੇ ਨਹੀਂ ਮਿਲੀਆਂ ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ। ਤੇ ਜੇ ਹੁਣ ਤੱਕ ਨਹੀਂ ਮੰਨਿਆ ਤਾਂ ਕੋਈ ਗੱਲ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜੇ ਹੁਣ ਮੰਨ ਲਵਾਂਗੇ ਤਾਂ ਹੁਣ ਸਾਡੀ ਸੁਰਤ ਉੱਚੀ ਹੋ ਜਾਏਗੀ, ਸਾਡਾ ਮਨ ਜਾਗਰਤ ਹੋ ਜਾਏਗਾ, ਸਾਡੀ ਬੁੱਧੀ ਹੁਣ ਵੀ ਸਹੀ ਫੈਸਲੇ ਲੈਣ ਲੱਗ ਜਾਏਗੀ। ਹੁਣ ਤੱਕ ਅਸੀਂ ਇਮੋਸ਼ਨਲ ਬਲੈਕਮੇਲ ਹੁੰਦੇ ਰਹੇ, ਹੁਣ ਨਹੀਂ ਹੋਵਾਂਗੇ। ਫਿਰ ਹੁਣ ਤੱਕ ਅਸੀਂ ਕਰਮਕਾਂਡ ਕਰਦੇ ਰਹੇ ਹਾਂ, ਹੁਣ ਉਹਨਾਂ ਨੂੰ ਛੱਡ ਦਿਆਂਗੇ। ਜਦੋਂ ਗਲਤੀ ਦਾ ਪਤਾ ਲੱਗ ਜਾਏ ਛੱਡ ਦਿਓ। ਕਹਾਵਤ ਹੈ ਨਾ, ਜਬ ਜਾਗੇ ਤਭੀ ਸਵੇਰਾ, ਜਦੋਂ ਜਾਗ ਗਏ ਉਦੋਂ ਹੀ ਸਵੇਰਾ ਹੈ। ਜਦੋਂ ਸਿੱਧੇ ਰਾਹ ਵੱਲ ਪੈ ਗਏ ਉਦੋਂ ਹੀ ਮੰਜ਼ਿਲ ਵੱਲ ਤੁਰ ਜਾਓਗੇ। ਮੰਨ ਲਓ 100 ਕਿਲੋਮੀਟਰ ਤੁਸੀਂ ਗਲਤ ਚੱਲ ਗਏ ਹੋ, ਐਗਜ਼ਿਟ ਗਲਤ ਲੈ ਲਿਆ, ਤਾਂ ਯੂ ਟਰਨ ਲੈ ਲਓ। ਜਦੋਂ ਯੂ ਟਰਨ ਲਵੋਗੇ ਉਸੇ ਵੇਲੇ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦੋਗੇ ਨਾ। ਜੇ 50-60 ਸਾਲ ਬੀਤ ਗਏ ਗਲਤ ਜ਼ਿੰਦਗੀ ਜੀਂਦਿਆਂ ਤਾਂ ਨੋ ਪ੍ਰੋਬਲਮ, ਬੀਤ ਗਏ, ਹੁਣ ਯੂ ਟਰਨ ਲੈ ਲਓ, ਗੁਰੂ ਦੀ ਸਿੱਖਿਆ ਨੂੰ ਮੰਨ ਲਓ, ਇਹ ਚੀਜ਼ਾਂ ਹੁਣ ਵੀ ਆ ਜਾਣਗੀਆਂ। ਮੰਨੇ ਸਗਲ ਭਵਨ ਕੀ ਸੁਧ, ਸੁਧ ਦਾ ਮਤਲਬ ਸੂਝ, ਖਬਰ, ਗਿਆਨ। ਸਗਲ ਭਵਨ ਦਾ ਮਤਲਬ ਸਾਰੇ ਭਵਨ ਜਿੰਨੇ ਵੀ ਨੇ, ਪੂਰਾ ਸੰਸਾਰ।
ਮੰਨਣੇ ਦਾ ਮਤਲਬ ਮਨਨ ਕਰਕੇ ਜੇ ਮੰਨ ਲਿਆ ਜਾਏ, ਜੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਜਾਏ, ਜੇ ਯੂਨੀਵਰਸਲ ਟਰੁੱਥ ਨੂੰ ਆਪਣੇ ਮਨ ਵਿੱਚ ਵਸਾ ਲਿਆ ਜਾਏ, ਜੇ ਰੱਬੀ ਗੁਣਾਂ ਨੂੰ ਜੋ ਮੂਲ ਮੰਤਰ ਵਿੱਚ ਵਿਚਾਰੇ ਨੇ ਉਹਨਾਂ ਨੂੰ ਅਪਣਾ ਲਿਆ ਜਾਏ, ਜੇ ਇੱਕ ਗੁਰ ਕੀ ਸਿੱਖ ਸੁਣੀ ਨੂੰ ਅਸੀਂ ਮੰਨ ਲਵੀਏ, ਜੇ ਹੁਕਮ ਰਜ਼ਾਈ ਚਲਣਾ ਨੂੰ ਅਸੀਂ ਮੰਨ ਲਵੀਏ, ਤਾਂ ਮੰਨਣ ਦੇ ਨਾਲ ਕੀ ਹੋਏਗਾ? ਸਗਲ ਭਵਨ ਕੀ ਸੁਧ, ਸਾਰੇ ਸੰਸਾਰ ਦੀ ਸੂਝ ਆ ਜਾਏਗੀ, ਸਮਝ ਪੈ ਜਾਏਗੀ ਕਿ ਸੰਸਾਰ ਦੇ ਕਣ ਕਣ ਦੇ ਅੰਦਰ ਰੱਬ ਵਸ ਰਿਹਾ ਹੈ। ਹੁਣ ਅਸੀਂ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਨਹੀਂ ਨਾ ਜਾਂਦੇ, ਕਿਸੇ ਮੰਦਿਰ ਮਸੀਤ ਵਿੱਚ ਸ਼ਰਾਬ ਪੀ ਕੇ ਨਹੀਂ ਜਾਂਦੇ। ਕਿਉਂ? ਕਿਉਂਕਿ ਰੱਬ ਦਾ ਘਰ ਹੈ, ਨਹੀਂ ਜਾਣਾ ਚਾਹੀਦਾ, ਕਿਉਂਕਿ ਰੱਬ ਦਾ ਘਰ ਹੈ। ਰੱਬ ਦੇ ਘਰ ਵਿੱਚ ਅਸੀਂ ਸ਼ਰਾਬਾਂ ਨਹੀਂ ਪੀ ਸਕਦੇ, ਅਸੀਂ ਨਸ਼ੇ ਕਰਕੇ ਨਹੀਂ ਜਾ ਸਕਦੇ। ਤੇ ਜੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਜਾਏ, ਇਹ ਸਾਰਾ ਸੰਸਾਰ ਹੀ ਯਾਰ ਰੱਬ ਦਾ ਘਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਤੇ ਫਿਰ ਜਿੱਥੇ ਸ਼ਰਾਬ ਪੀਂਦੇ ਹੋ ਰੱਬ ਤੇ ਉੱਥੇ ਵੀ ਹੈ, ਰੱਬ ਦਾ ਘਰ ਹੀ ਹੈ ਨਾ ਸਾਰਾ ਸੰਸਾਰ। ਹੁਣ ਮੈਂ ਆਪਣੇ ਘਰ ਵਿੱਚ ਸ਼ਰਾਬ ਪੀ ਰਿਹਾ ਤੇ ਮੈਂ ਇਹਦਾ ਮਤਲਬ ਕਿ ਉਹਨੂੰ ਆਪਣੇ ਘਰ ਨੂੰ ਕੌਡੇ ਰਾਖਸ਼ਸ ਦਾ ਘਰ ਸਮਝ ਰਿਹਾ ਹਾਂ, ਉਹ ਵੀ ਰੱਬ ਦਾ ਹੀ ਹੈ, ਰੱਬ ਕਿੱਥੇ ਨਹੀਂ। ਹੁਣ ਮੈਂ ਲੜ ਰਿਹਾ ਹਾਂ ਤੁਹਾਡੇ ਨਾਲ, ਪਰ ਰੱਬ ਤੇ ਤੁਹਾਡੇ ਵਿੱਚ ਹੀ, ਇਹਦਾ ਮਤਲਬ ਮੈਂ ਰੱਬ ਨਾਲ ਹੀ ਲੜ ਰਿਹਾ ਨਾ। ਮੈਂ ਰਿਸ਼ਵਤ ਲੈ ਰਿਹਾ ਤੇ ਕਿਹਦੇ ਤੋਂ ਲੈ ਰਿਹਾ? ਨਾਲੇ ਮੈਂ ਕਹਿ ਰਿਹਾ ਘੱਟ ਘੱਟ ਮੈਂ ਹਰਜੂ ਬਸੈ। ਸੂਝ ਆ ਜਾਏਗੀ, ਸਮਝ ਆ ਜਾਏਗੀ ਕਿ ਜਗਤ ਦੇ ਕਣ ਕਣ ਦੇ ਅੰਦਰ ਰੱਬ ਸਮਾਇਆ ਹੋਇਆ ਹੈ, ਉਹ ਕਿਤੇ ਬਾਹਰ ਨਹੀਂ। ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ। ਜੰਗਲ ਕਿਆ ਢੂੰਡੇ, ਕਿਉਂ ਜੰਗਲਾਂ ਵਿੱਚ ਜਾਣਾ, ਕਿਉਂ ਗ੍ਰਸਤ ਨੂੰ ਛੱਡਣਾ, ਕਿਉਂ ਬਾਬੇ ਬੰਨਣਾ, ਘੋੜਿਆਂ ਦੇ ਵਿੱਚ ਵੜਨਾ, ਪਹਾੜਾਂ ਤੇ ਚੜ ਜਾਣਾ, ਕਿਉਂ ਅੱਗ ਦੇ ਵਿੱਚ ਸੜਾਂ। ਸਮਝ ਆ ਜਾਏਗੀ ਨਾ, ਕਿਉਂ ਤੇ ਸਾਰੇ ਭਾਵਨਾ ਵਿੱਚ ਹੈ, ਉਹ ਤੇ ਹਰ ਥਾਂ ਤੇ ਹੈ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸਮਝ ਆ ਜਾਏਗੀ ਸਭੈ ਘਟ ਰਾਮ ਬੋਲੇ, ਮਨ ਭਵਨ ਕੀ ਸੁਧ। ਸਮਝ ਆ ਜਾਏ ਕਿ ਸਾਰਾ ਸੰਸਾਰ ਕੁਦਰਤ ਦੇ ਨੇਮਾਂ ਅੰਦਰ ਚੱਲ ਰਿਹਾ ਹੈ, ਲਾ ਆਫ ਨੇਚਰ ਮੁਤਾਬਕ ਚੱਲ ਰਿਹਾ ਹੈ, ਇਹਨੂੰ ਕੋਈ ਸ਼ਿਵ ਬ੍ਰਹਮਾ ਨਹੀਂ ਚਲਾ ਰਿਹਾ। ਸਮਝ ਪੈ ਜਾਏਗੀ, ਸਮਝ ਪੈ ਜਾਏਗੀ ਕਿ ਇੱਕੋ ਹੀ ਹੈ ਕਰਤਾ, ਇੱਕੋ ਹੀ ਹੈ ਪਾਲਨਹਾਰ, ਇੱਕੋ ਹੀ ਸਮਾਇਆ ਹੋਇਆ ਹੈ, ਇੱਕੋ ਹੀ ਫੈਲਿਆ ਹੋਇਆ ਹੈ, ਇੱਕ ਦਾ ਹੀ ਪ੍ਰਸਾਰ ਹੈ, ਕੋਈ ਬੇਗਾਨਾ ਨਹੀਂ ਹੈ, ਸਾਰੇ ਆਪਣੇ ਨੇ, ਸਾਰਿਆਂ ਵਿੱਚ ਮੇਰਾ ਆਪਣਾ ਆਪਾ ਹੈ। ਇਹ ਖੋਲ ਟੁੱਟ ਜਾਣਗੇ ਕਾਮ ਕ੍ਰੋਧ ਦੇ, ਲੋਭ ਦੇ, ਈਰਖਾ ਦੁਐਸ਼ ਦੇ, ਮੇਰ ਤੇਰ ਦੇ ਵਿਤਕਰੇ ਟੁੱਟ ਜਾਣਗੇ, ਖਤਮ ਹੋ ਜਾਣਗੇ। ਜੋ ਕੂੜ ਦੀ ਦੀਵਾਰ ਹੈ ਟੁੱਟ ਜਾਏਗੀ, ਰੱਬ ਦਾ ਮਿਲਾਪ ਹੋ ਜਾਏਗਾ, ਰੱਬ ਵਰਗੇ ਹੋ ਜਾਓਗੇ। ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਣਗੇ, ਜਾਤੀਵਾਦ ਮਿਟ ਜਾਏਗਾ, ਇਲਾਕਾਵਾਦ ਖਤਮ ਹੋ ਜਾਏਗਾ, ਭਾਈ ਭਤੀਜਾਵਾਦ ਖਤਮ ਹੋ ਜਾਏਗਾ। ਹਰ ਇੱਕ ਦੀ ਇੱਜ਼ਤ ਆਪਣੀ ਇੱਜ਼ਤ ਜਾਪੇਗੀ, ਹਰ ਇੱਕ ਦੀਆਂ ਭਾਵਨਾਵਾਂ ਦਾ, ਚੰਗੀਆਂ ਦਾ ਬੰਦਾ ਸਤਿਕਾਰ ਕਰੇਗਾ। ਇਹਨੂੰ ਕਹਿੰਦੇ ਨੇ ਸਗਲ ਭਵਨ ਕੀ ਸੁਧ। ਦੇਖੋ ਸਗਲ ਭਵਨ ਕੀ ਸੁਧ ਕੀ ਹੈ, ਤੁਸੀਂ ਕੀ ਚਾਹੁੰਦੇ ਹੋ, ਮੈਂ ਕੀ ਚਾਹੁੰਦਾ? ਮੈਂ ਚਾਹੁੰਦਾ ਨਾ ਕਿ ਮੈਨੂੰ ਇੱਜ਼ਤ ਮਿਲੇ, ਮੈਨੂੰ ਸੁੱਖ ਮਿਲੇ, ਪਿਆਰ ਮਿਲੇ, ਤੇ ਮੈਂ ਮੁਕਤ ਹੋਵਾਂ, ਮੈਂ ਕਿਸੇ ਦਾ ਗੁਲਾਮ ਨਾ ਹੋਵਾਂ। ਇਹ ਮੇਰੀਆਂ ਭਾਵਨਾਵਾਂ ਨੇ। ਤੇ ਤੁਹਾਡੀਆਂ ਭਾਵਨਾਵਾਂ ਕਿਹੜੀਆਂ ਨੇ? ਤੁਹਾਡੀਆਂ ਵੀ ਤੇ ਭਾਵਨਾਵਾਂ ਇਹੀ ਨੇ ਨਾ, ਕਿ ਸਾਨੂੰ ਸੁੱਖ ਮਿਲੇ, ਪਿਆਰ ਮਿਲੇ, ਇੱਜ਼ਤ ਮਿਲੇ, ਅਸੀਂ ਮੁਕਤ ਹੋਈਏ। ਕਿਸੇ ਦੀ ਇਹ ਭਾਵਨਾ ਨਾ ਹੋਏ, ਹੱਥ ਖੜਾ ਕਰੋਗੇ? ਨਹੀਂ ਨਾ। ਜਿਨ੍ਹਾਂ ਦੀਆਂ ਇਹ ਭਾਵਨਾਵਾਂ ਨੇ ਥੋੜਾ ਹੱਥ ਖੜਾ ਕਰਕੇ ਦਿਖਾਓ। ਸਾਰਿਆਂ ਦੀਆਂ ਨੇ ਭਾਵਨਾਵਾਂ, ਤੇ ਭਾਵਨਾਵਾਂ ਤੇ ਸਾਂਝੀਆਂ ਨੇ। ਇਸੇ ਨੂੰ ਕਹਿੰਦੇ ਨੇ ਸਗਲ ਭਵਨ ਕੀ ਸੁਧ, ਕਿ ਜਿਹੜੀਆਂ ਮੇਰੀਆਂ ਭਾਵਨਾਵਾਂ ਨੇ ਉਹ ਹੀ ਦੂਜਿਆਂ ਦੀਆਂ ਨੇ। ਇਸ ਲਈ ਫਿਰ ਮੈਂ ਵਿਹਾਰ ਤੁਹਾਡੇ ਨਾਲ ਕਰਾਂਗਾ ਨਾ, ਉਹ ਵਿਹਾਰ ਜੋ ਮੈਂ ਆਪਣੇ ਵਾਸਤੇ ਚਾਹਨਾ। ਮੈਂ ਤੁਹਾਡੇ ਨਾਲ ਉਹ ਬੋਲ ਬੋਲਾਂਗਾ ਜੋ ਬੋਲ ਮੈਂ ਆਪਣੇ ਵਾਸਤੇ ਚਾਹੁੰਦਾ ਹਾਂ। ਇਹਨੂੰ ਕਹਿੰਦੇ ਨੇ ਸਗਲ ਭਵਨ ਕੀ ਸੁਧ। ਉਹਨੂੰ ਸਮਝ ਆ ਜਾਏਗੀ ਕਿ ਸਾਰਾ ਸੰਸਾਰ ਰੱਬੀ ਭਾਣੇ ਵਿੱਚ ਚੱਲ ਰਿਹਾ ਹੈ, ਲਾ ਆਫ ਨੇਚਰ ਮੁਤਾਬਕ ਚੱਲ ਰਿਹਾ ਹੈ। ਮੈਂ ਵੀ ਇਸ ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਜੀ ਰਿਹਾ। ਮੇਰਾ ਵੀ ਸਰੀਰ ਪੰਜਾਂ ਤੱਤਾਂ ਤੋਂ ਹੈ, ਦੂਜਿਆਂ ਦਾ ਸਰੀਰ ਵੀ ਪੰਜਾਂ ਤੱਤਾਂ ਤੋਂ ਹੈ। ਮੇਰੇ ਅੰਦਰ ਵੀ ਪ੍ਰਭੂ ਦੀ ਸੱਤਿਆ ਹੈ, ਦੂਜਿਆਂ ਵਿੱਚ ਵੀ ਪ੍ਰਭੂ ਦੀ ਸੱਤਿਆ ਹੈ। ਤਾਂ ਫਿਰ ਫਰਕ ਕਾਹਦਾ ਹੈ? ਅਗਲੇ ਬਚਨ ਕਰਦੇ ਨੇ, ਮੰਨੈ ਮੂੰਹ ਚੋਟਾ ਨਾ ਖਾਏ। ਇਹਨੂੰ ਮੂੰਹੇ ਨਹੀਂ ਪੜਨਾ, ਸ਼ਬਦ ਹੈ ਮੂੰਹ। ਇੱਥੇ ਸਿਹਾਰੀ ਤਾਂ ਲੱਗੀ ਹੈ, ਸਿਹਾਰੀ ਲੱਗਣ ਨਾਲ ਇਹਦਾ ਅਰਥ ਬਣ ਗਿਆ ਹੈ ਮੂੰਹ ਤੇ, ਮੂੰਹ ਉੱਤੇ। ਮੰਨੇ ਮੂੰਹ ਚੋਟਾ ਨਾ ਖਾਏ, ਇਹਨੂੰ ਚੋਟਾ ਨਹੀਂ ਪੜਨਾ।
क्योंकि चोट दे टैंके नाल कन्ना लगा के बहुवचनी बनाया है। ते मैं तुहानू एक नेम भेजिया सी ग्रुप दे अंदर कि जदों असी किसे शब्द नू कन्ना लगा के बहुवचनी बनाते हैं तो उहदा उच्चारण नासकी होएगा। बिंदी लगा के चोटा मनना इत्थे रुकना है। मूँह चोटा ना खाए। जो गुरु की सिक्ख्या नू मनदा है, मनन करके गुरु की सिक्ख्या नू मनन करके मनन नाल उहदे ते अमल करन नाल मूँह चोटा ना खाए। बंदा मूँह ते चोटा नहीं खांदा। ਹੁਣ ਚੋਟਾਂ ਖਾਣ ਦਾ ਇਹ ਨਹੀਂ ਕਿ ਚੋਟਾਂ ਤੇ ਅਸੀਂ ਵੈਸੇ ਵੀ ਨਹੀਂ ਖਾਂਦੇ, ਸਾਡੇ ਮੂੰਹ ਤੇ ਕਿਹੜਾ ਕੋਈ ਪੱਥਰ ਮਾਰਦਾ ਹੈ। ਮੂੰਹ ਚੋਟਾਂ ਨਾ ਖਾਏ ਦਾ ਮਤਲਬ ਹੈਗਾ ਕਿ ਉਹਦੀ ਨਮੋਸ਼ੀ ਨਹੀਂ ਹੁੰਦੀ, ਉਹਨੂੰ ਬੇਇੱਜ਼ਤੀ ਦਾ ਮੂੰਹ ਨਹੀਂ ਵੇਖਣਾ ਪੈਂਦਾ, ਉਹਦੀ ਥਾਂ ਥਾਂ ਤੇ ਲੋਕ ਮਿੱਟੀ ਪਲੀਤ ਨਹੀਂ ਕਰਦੇ, ਉਹਨੂੰ ਇਹ ਨਹੀਂ ਸੁਣਨਾ ਪੈਂਦਾ ਵੀ ਤੂੰ ਆ ਕੰਮ ਗਲਤ ਕੀਤਾ ਹੈ। ਅਸੀਂ ਕਈ ਵਾਰ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਨਾ ਵੀ ਹੁਣ ਦਾੜੀ ਦੀ ਤੇ ਸ਼ਰਮ ਕਰ, ਹੁਣ ਤੇ ਤੈਨੂੰ ਦਾੜੀ ਆ ਗਈ। ਹੁਣ ਇਹਨੂੰ ਕਹਿੰਦੇ ਨੇ ਚੋਟਾਂ ਨਾ ਖਾਏ। ਜਦੋਂ ਕੋਈ ਬਜ਼ੁਰਗ ਸਾਡੇ ਵਰਗਾ ਕੰਮ ਮਾੜਾ ਕਰੇ ਤੇ ਫਿਰ ਅਸੀਂ ਕਹਿੰਦੇ ਨਾ ਬਾਪੂ ਦਾੜੀ ਦੀ ਤੇ ਸ਼ਰਮ ਕਰ, ਹੁਣ ਤੇ ਦਾੜੀ ਵੀ ਚਿੱਟੀ ਹੋ। ਇਹਨੂੰ ਕਹਿੰਦੇ ਨੇ ਮੂੰਹ ਚੋਟਾ ਨਾ ਖਾਏ। ਜਾਂ ਪੜਿਆ ਲਿਖਿਆ ਹੋਵੇ ਤਾਂ ਉਹਨੂੰ ਕਹਿੰਦੇ ਯਾਰ ਤੂੰ ਪੜ੍ਹਾਈ ਦੀ ਤੇ ਆਪਣੇ ਸ਼ਰਮ ਕਰ, ਥੋੜਾ ਤੂੰ ਪੜਿਆ ਹੈ, ਡਿਗਰੀ ਵਾਲਾ ਹੈ, ਡਿਗਰੀ ਹੋਲਡਰ ਹੈ, ਤੂੰ ਤੇ ਸ਼ਰਮ ਕਰ। ਤੂੰ ਯਾਰ ਇਸ ਕੁਰਸੀ ਤੇ ਬੈਠਾ ਰਿਸ਼ਵਤ ਲੈ ਰਿਹਾ ਗਰੀਬ ਬੰਦੇ ਤੋਂ, ਤੇਰੀ 80,000 ਤਨਖਾਹ ਹੈ, ਇਹ 250 ਰੁਪਇਆ ਦਿਹਾੜੀ ਲੈਣ ਵਾਲਾ, ਇਹਦੇ ਤੋਂ ਤੂੰ ਰਿਸ਼ਵਤ ਲੈ ਰਿਹਾ, ਸ਼ਰਮ ਕਰ। ਇਹਨੂੰ ਕਹਿੰਦੇ ਨੇ ਮੰਨੇ ਮੂੰਹ ਚੋਟਾ ਨਾ ਖਾਏ, ਯਾਨੀ ਨਮੋਸ਼ੀ ਦਾ ਮੂੰਹ ਨਹੀਂ ਵੇਖਣਾ ਪਵੇਗਾ। क्योंकि माड़ा काम ही नहीं करना। जिहड़ा गुरु की सिक्ख्या नूं मन्नेगा ਉਹਦੀ ਜ਼ਿੰਦਗੀ ਦੇ ਅੰਦਰ ਚੰਗੇ ਕਰਮ ਨੇ ਤੇ ਉਹਨੂੰ ਨਮੋਸ਼ੀ ਦਾ ਮੂੰਹ ਨਹੀਂ ਵੇਖਣਾ ਪਵੇਗਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਕੁੜੀਏ ਤੂੰ ਸਿਆਣੀ ਬਣ, ਤੂੰ ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਫਲਾਂ ਘਰ ਦੀ ਨੂੰਹ ਹੈ ਤੇ ਉਹਨੇ ਜੀਆਂ ਨੂੰ ਵੱਖੋ ਰੋਖਿਆ ਕਰ ਦਿੱਤਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਫਲਾਣੀ ਸੱਸ ਨੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਇਹ ਪੁੱਤਰ ਹੈ ਤੇ ਪਿਓ ਨੂੰ ਘਰੋਂ ਕੱਢਿਆ ਜਾਂ ਪਿਓ ਨੇ ਬੇਦਖਲ ਕੀਤਾ ਹੈ। ਇਹ ਨਮੋਸ਼ੀ ਨਹੀਂ ਵੇਖਣੀ ਪਵੇਗੀ। ਉਹ ਹਰ ਇੱਕ ਦੀ ਧੀ ਭੈਣ ਨੂੰ ਧੀ ਭੈਣ ਸਮਝੇਗਾ ਤਾਂ ਉਹਨੂੰ ਨਮੋਸ਼ੀ ਨਹੀਂ ਵੇਖਣੀ ਪਵੇਗੀ। ਉਹਦਾ ਮੂੰਹ ਕਾਲਾ ਨਹੀਂ ਹੋਏਗਾ, ਉਹਦੇ ਮੂੰਹ ਤੇ ਥੁੱਕਾਂ ਨਹੀਂ ਪੈਣਗੀਆਂ। मनन करन करके इज्जत मिलेगी। जह जाइए तहां सुहेले, सच्चे मार्ग चलदियां उस्तत करे जहान। ਤਾਂ ਇਹਦਾ ਮਤਲਬ ਸਾਨੂੰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਇੰਨਾ ਮਹਾਨ ਬਣਾ ਰਹੀ ਹੈ। ਹੁਕਮ ਰਜ਼ਾਈ ਚੱਲਣ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ। ਗੁਰੂ ਦੀ ਸਿੱਖਿਆ ਨੂੰ ਮੰਨਣ ਦੇ ਨਾਲ ਇਹ ਮਹਾਨਤਾ ਮਿਲੇਗੀ ਤੇ ਮਿਲੇਗੀ ਕਿਹਨੂੰ? ਜਿਹੜਾ ਵੀ ਮੰਨੇਗਾ। ਮੈਂ ਮੰਨ ਲਾਂਗਾ ਮੈਨੂੰ ਮਿਲ ਜਾਏਗੀ, ਤੁਸੀਂ ਮੰਨੋਗੇ ਤੁਹਾਨੂੰ ਮਿਲ ਜਾਏਗੀ। ਕੋਈ ਵੀ ਮੰਨ ਲਵੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, काला, गोरा, अमीर, गरीब, पढ़िया, अनपढ़, स्त्री, पुरुष, बच्ची, बच्चा, जवान, राजा, प्रजा, कोई भी मान लो, जेड़ा भी मनेगा मनन वाले नूं मिलेगी। ਤਾਂ देखो कितना सौखा काम है। हुण इस पौड़ी विच है किते भी माला फेरन वाले नूं वडियाई मिलेगी, समाधि लाण वाले नूं वडियाई मिलेगी, दसम द्वार च प्राण चढ़ाओगे तां मिलेगी। है किते एक भी शब्द नहीं इहो जिहा। ਤਾਂ गुरु ਦੀ ਸਿੱਖਿਆ ਨੂੰ ਮੰਨ ਲੈਣਾ, ਰੱਬ ਦੀ ਰਜ਼ਾ ਦੇ ਵਿੱਚ ਤੁਰਨਾ, ਚੰਗੇ ਕਰਮ ਕਰਨੇ। ਜਿਹੜਾ ਵੀ ਬੰਦਾ ਇਹਨੂੰ ਮੰਨੇਗਾ ਉਹਨੂੰ ਨਮੋਸ਼ੀ ਨਹੀਂ ਵੇਖਣੀ ਪਵੇਗੀ। ਮੰਨੇ ਜਮ ਕੇ ਸਾਥ ਨਾ ਜਾਏ। ਉਹ ਜਮਾਂ ਦੇ ਨਾਲ ਨਹੀਂ ਜਾਏ, ਜਮਾਂ ਦੇ ਵਸ ਵਿੱਚ ਨਹੀਂ ਪਵੇਗਾ ਮੰਨਣ ਕਰਕੇ। ਹੁਣ ਜਮ ਕਿਹੜੇ ਨੇ? ਇੱਕ ਤੇ ਜਮ ਉਹ ਨੇ ਨਾ ਜਿਹੜਾ ਲੋਕ ਮੰਨਦੇ ਨੇ ਵੀ ਝੋਟੇ ਤੇ ਚੜ ਕੇ ਆਉਂਦਾ ਜਮ ਲੈਣ ਵਾਸਤੇ, ਮੌਤ ਦਾ ਫਰਿਸ਼ਤਾ। ਤੋਂ ਪਿੱਛੇ ਜੀ ਇੱਕ WhatsApp ਤੇ ਚੁਟਕਲਾ ਫਿਰਦਾ ਸੀ ਪਿਆ। ਉਹ ਕਹਿਣ ਲੱਗਾ ਵੀ ਇੰਨੇ ਚੰਗੇ ਕੰਮ ਕਰੋ, ਇੰਨੇ ਚੰਗੇ ਕੰਮ ਕਿ ਜੇ ਝੋਟੇ ਦੇ ਉੱਤੇ ਜੰਮ ਲੈਣ ਵਾਸਤੇ ਆਵੇ ਨਾ ਤੇ ਤੁਹਾਡੀ ਚੰਗਿਆਈ ਵੇਖ ਕੇ ਆਖੇ ਯਾਰ ਤੂੰ ਝੋਟੇ ਤੇ ਬਹਿ ਕੇ ਚੱਲ ਤੇ ਮੈਂ ਪੈਦਲ ਆ ਜਾਂਦਾ। ਇੰਨੇ ਚੰਗੇ ਕੰਮ ਕਰੋ। ਇੱਥੇ ਉਸ ਜੰਮ ਦੀ ਗੱਲ ਨਹੀਂ ਹੈ। ਜੰਮ ਕਿਹੜੇ ਨੇ? ਜਿਹੜੇ ਸਾਡੇ ਨਾਲ, ਜਿਨ੍ਹਾਂ ਦੇ ਵਸ ਵਿੱਚ ਅਸੀਂ ਹਰ ਵੇਲੇ ਪਏ ਹੋਏ ਹਾਂ। ਕਾਮ, ਕ੍ਰੋਧ, ਲੋਭ, ਈਰਖਾ, ਚੁਗਲੀ, ਦਾਜ ਦਹੇਜ, ਜਾਤੀਵਾਦ, 2 ਨੰਬਰ ਦੇ ਧੰਦੇ, ਚੋਰੀਆਂ, ਬੇਈਮਾਨੀਆਂ, ਵੈਰ ਵਿਰੋਧ, ਹੰਕਾਰ। ਅਸੀਂ ਐਵੇਂ ਫੂੰ ਕਰਦੇ ਫਿਰਦੇ ਹਾਂ। ਬੰਦਿਆਂ ਵਾਂਗੂ ਰਹਿ ਲਓ, ਆਰਾਮ ਦੇ ਨਾਲ ਰਹਿ ਲਓ, ਰਿਲੈਕਸ ਕਰ ਲਓ ਸਰੀਰ ਨੂੰ। ਕਿਉਂ ਇੰਝ ਕਰਕੇ ਅੱਖਾਂ ਖਿੱਚ ਕੇ ਬੈਠੇ ਹੋ? ਕਿਉਂ ਹਰ ਟਾਈਮ ਡਰਾਈਵਿੰਗ ਕਰ ਰਹੇ ਹੋ ਤੇ ਇੰਝ ਕਰ ਰਹੇ ਹੋ? ਰਿਲੈਕਸ ਹੋ ਜਾਓ, ਥੋੜਾ ਮੁਸਕਰਾ ਲਓ, ਆਰਾਮ ਨਾਲ ਜ਼ਿੰਦਗੀ ਜੀ ਲਓ, ਈਰਖਾ ਦੇ ਵਿੱਚ ਨਾ ਪਵੋ। ਤਾਂ ਗੁਰੂ ਜੀ ਕਹਿੰਦੇ ਨੇ ਮੰਨੈ ਜਮ ਕੇ ਸਾਥ ਨਾ ਜਾਏ। ਗੁਰੂ ਦੀ ਸਿੱਖਿਆ ਨੂੰ ਮੰਨਣ ਕਰਕੇ ਵਿਕਾਰਾਂ ਦੇ ਵਸ ਵਿੱਚ ਕੋਈ ਨਹੀਂ ਪੈਂਦਾ। ਜਮ ਦਾ ਮਤਲਬ ਵਿਕਾਰ, ਪਾਪ, ਅਪਰਾਧ, ਈਰਖਾ, ਦਵੇਸ਼,
ਪਰਾਈ ਤਾਤ, ਪਰਾਈ ਬੁਰਾਈ, ਇਹਨਾਂ ਜਮਾਂ ਦੇ ਵਸ ਵਿੱਚ ਨਹੀਂ ਪੈਂਦਾ। ਬੰਦਾ ਆਤਮਕ ਮੌਤੇ ਨਹੀਂ ਮਰਦਾ। ਐਸਾ ਨਾਮ ਨਿਰੰਜਨ ਹੋਏ, ਮਾਇਆ ਦੀ ਮੈਲ ਤੋਂ ਰਹਿਤ ਹੁਕਮ। ਨਾਮ ਦਾ ਮਤਲਬ ਹੁਕਮ, ਸਿਸਟਮ ਐਸਾ ਹੈ ਜਿਹੜਾ ਤੁਹਾਨੂੰ ਮਾਇਆ ਦੀ ਮੈਲ ਤੋਂ ਰਹਿਤ ਕਰੇਗਾ। ਕਮਲ ਵਰਗਾ, ਨਿਰਲੇਪਤਾ, ਸੁੰਦਰਤਾ, ਕੋਮਲਤਾ, ਸ਼ੁੱਧਤਾ, ਸ਼ੁਭ ਗੁਣਾਂ ਦੀ ਸੁਗੰਧ, ਮਿੱਠੀ ਬਾਣੀ ਦਾ ਮਿਠਾਸ, ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੇਕਰ ਮੰਨ ਲਓਗੇ। ਦੇਖੋ ਜ਼ਿੰਦਗੀ ਕਿੰਨੀ ਸੌਖੀ ਹੋ ਜਾਏਗੀ। ਬੋਲਾਂ ਵਿੱਚ ਮਿਠਾਸ ਆ ਜਾਏਗੀ, ਬੋਲਾਂ ਵਿੱਚ ਪੋਜ਼ਿਟਿਵਿਟੀ ਆ ਜਾਏਗੀ, ਗੁਣਾਂ ਦੀ ਸੁਗੰਧ ਹੋ ਜਾਏਗੀ, ਜੀਵਨ ਵਿੱਚ ਰਸ ਪੈਦਾ ਹੋ ਜਾਏਗਾ, ਵਿਕਾਰਾਂ ਵੱਲੋਂ ਨਿਰਲੇਪਤਾ ਹੋ ਜਾਏਗੀ, ਮਹਾਨ ਹੋ ਜਾਵਾਂਗੇ। ਜੇ ਕੋ ਮਨ ਜਾਣੇ ਮਨ ਕੋਏ, ਪਰ ਮਿਲੇਗਾ ਉਹਨੂੰ ਜਿਹੜਾ ਮਨਨ ਕਰਨਾ ਜਾਣਦਾ ਹੈ, ਜੋ ਮਨ ਵਿੱਚ ਮੰਨ ਲੈਂਦਾ ਹੈ, ਮਨ ਕਰਕੇ ਮੰਨ ਲੈਂਦਾ ਹੈ। ਇਹ ਹੈ ਮਹਾਨਤਾ ਗੁਰੂ ਦੀ ਸਿੱਖਿਆ ਦੀ, ਗੁਰੂ ਦੀ ਫਿਲਾਸਫੀ ਦੀ, ਗੁਰੂ ਦੀ ਵਿਚਾਰਧਾਰਾ ਦੀ। ਇਹ ਮਹਾਨਤਾ ਹੈ ਰੱਬ ਦੇ ਹੁਕਮ ਦੀ, ਹੁਕਮ ਰਜ਼ਾਈ ਚੱਲਣਾ, ਲਾ ਆਫ ਨੇਚਰ, ਰੱਬੀ ਗੁਣਾ ਅਨੁਸਾਰ ਜ਼ਿੰਦਗੀ ਜੀਣੀ। ਜਿਹੜਾ ਵੀ ਮੰਨੇਗਾ ਇੰਨਾ ਮਹਾਨ ਹੋ ਜਾਏਗਾ। ਤਾਂ ਹੁਣ ਦੇਖੋ, ਫਿਰ ਅਸੀਂ ਕਹਿੰਦੇ ਆ ਕਿ ਫਲਾਂ ਬੰਦਾ ਕਿਸਮਤ ਵਾਲਾ ਹੈ। ਹੁਣ ਚੰਗੀ ਕਿਸਮਤ ਦੀ ਨਿਸ਼ਾਨੀ ਕੀ? ਜਿਹੜਾ ਇਹਨਾਂ ਗੁਣਾਂ ਨੂੰ ਅਪਣਾ ਲਵੇਗਾ, ਚੰਗੀ ਕਿਸਮਤ ਵਾਲਾ। ਜਿਹੜਾ ਇਹਨਾਂ ਗੁਣਾਂ ਨੂੰ ਨਹੀਂ ਅਪਣਾਏਗਾ, ਮਾੜੀ ਕਿਸਮਤ ਵਾਲਾ। ਜਿਹੜਾ ਇਹਨਾਂ ਗੁਣਾਂ ਨੂੰ ਮੰਨ ਲਵੇਗਾ ਉਹ ਏਡਾ ਮਹਾਨ ਹੋ ਜਾਏਗਾ, ਰੱਬ ਵਰਗਾ। ਤੇ ਜਿਹੜਾ ਨਹੀਂ ਮੰਨੇਗਾ ਉਹ ਨਰਕ ਦਾ ਵਾਸੀ ਹੋ ਜਾਏਗਾ। ਨਰਕ ਦਾ ਮਤਲਬ ਦੁੱਖਾਂ ਵਿੱਚ ਪੈ ਜਾਏਗਾ, ਵਿਕਾਰਾਂ ਵਿੱਚ ਪੈ ਜਾਏਗਾ। ਤੇ ਫੈਸਲਾ ਕਿਹਦਾ ਹੈ? ਫੈਸਲਾ ਕਿਹਦਾ ਹੈ ਜੀ? ਸਾਡਾ। ਕੀ ਚਾਹੁੰਦੇ ਹੋ? ਮਹਾਨ ਹੋਣਾ ਜਾਂ ਕਿ ਗਰਤ ਦੇ ਵਿੱਚ ਰਹਿਣਾ? ਚਿੱਕੜ ਦੇ ਡੱਡੂ ਬਣਨਾ ਚਾਹੁੰਦੇ ਹੋ ਜਾਂ ਕਿ ਕਮਲ ਦਾ ਰਸ ਲੈਣ ਵਾਲਾ ਭੰਵਰਾ ਬਣਨਾ ਚਾਹੁੰਦੇ ਹੋ? ਇਹ ਫੈਸਲਾ ਸਾਡਾ ਹੈ। ਮੈਂ ਡੱਡੂ ਬਣਨਾ ਚਾਹੁੰਦਾ ਕਿ ਭੰਵਰਾ ਬਣਨਾ ਚਾਹੁੰਦਾ, ਫੈਸਲਾ ਮੇਰਾ ਹੈ। ਜੇ ਅਸੀਂ ਮਹਾਨ ਹੋਣਾ ਚਾਹੁੰਦੇ ਹਾਂ, ਸੁਖੀ ਹੋਣਾ ਚਾਹੁੰਦੇ ਹਾਂ, ਪਰਿਵਾਰਾਂ ਨੂੰ ਸੁਖੀ ਵੇਖਣਾ ਚਾਹੁੰਦੇ ਹਾਂ, ਸੰਸਾਰ ਸਮਾਜ ਨੂੰ ਬੇਗਮਪੁਰਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣਾ ਚਾਹੀਦਾ। ਸੌਖਾ ਕੰਮ ਹੈ। ਤੇ ਜੇ ਭਾਈ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਹੈ, ਕਿਸੇ ਨੇ ਪਰਿਵਾਰ ਦਾ ਉਜਾੜਾ ਕਰਨਾ ਹੈ, ਅਤੇ ਦੁੱਖਾਂ ਦਾ ਮਾਹੌਲ ਸਿਰਜਣਾ ਹੈ, ਤੇ ਉਹ ਤੇ ਅਸੀਂ ਸਿਰਜਿਆ ਹੀ ਹੋਇਆ। ਤਾਂ ਗੁਰੂ ਜੀ ਦੀ ਇਹ ਜਿਹੜੀ ਬਾਣੀ ਹੈ, ਗੁਰੂ ਜੀ ਦੀ ਇਹ ਸਿੱਖਿਆ ਹੈ, ਵਿਸ਼ਵ ਦੇ ਅੰਦਰ ਸ਼ਾਂਤੀ ਲਿਆ ਸਕਦੀ ਹੈ। ਇਹਨਾਂ ਗੱਲਾਂ ਦੇ ਉੱਤੇ ਜੇਕਰ ਹਰ ਬੰਦਾ ਅਮਲ ਕਰੇ ਤਾਂ ਇਹ ਸੰਸਾਰ ਇੱਕ ਸੁਹਾਵਣਾ ਬਾਗ ਹੋ ਸਕਦਾ ਹੈ। ਸਾਡੇ ਪਰਿਵਾਰ ਸਵਰਗ ਹੋ ਸਕਦੇ ਨੇ, ਬੈਕੁੰਠ ਹੋ ਸਕਦੇ ਨੇ, ਅਸੀਂ ਰੱਬ ਵਰਗਾ ਹੋ ਕੇ ਜੀ ਸਕਦੇ ਹਾਂ। ਤੇ ਇਹ ਪੋਸੀਬਿਲਿਟੀ ਹਰ ਇਨਸਾਨ ਅੰਦਰ ਹੈ। ਜਿੰਨੇ ਵੀ ਅਸੀਂ ਕਲਾਸ ਦੇ ਵਿੱਚ ਵੀਰ ਭੈਣਾਂ ਜੁੜੇ ਆ, ਸਾਡੇ